ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਦਾ ਡੇਰਾ ਹੁੰਦਾ ਹੈ। ਉੱਠ ਕੇ ਸ਼ਿਕਾਰ ਖੇਡਣ ਵਾਸਤੇ ਸ਼ਾਹਜਹਾਨ ਆਪਣਾ ਬਾਜ ਛੱਡਦਾ ਹੈ। ਤ੍ਰਿਪਤਿਓ ਖੱਗ ਪਰ ਬਾਜ ਚਲਾਵਾ, ਰੱਜਿਆ ਹੋਇਆ ਬਾਜ ਉਹਨੇ ਸੁਰਖਾਬ ਚੱਕਵੇ ਦੇ ਉੱਪਰ ਛੱਡਿਆ। ਉਸ ਬਾਜ ਨੇ ਚੱਕਵੇ ਨੂੰ ਸ਼ਿਕਾਰਿਆ ਨਾ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਜ ਅਤੇ ਚੱਕਵਾ ਦੇਖਿਆ ਤੇ ਆਪਣਾ ਬਾਜ ਛੱਡ ਦਿੱਤਾ। ਸਤਿਗੁਰਾਂ ਦੇ ਬਾਜ ਨੇ ਵੇਖਦਿਆਂ ਵੇਖਦਿਆਂ ਉਹ ਚੱਕਵੇ ਨੂੰ ਸੁਰਖਾਬ ਨੂੰ ਦੱਬਿਆ, ਉਹਦਾ ਸ਼ਿਕਾਰ ਕੀਤਾ ਤੇ ਮਹਾਰਾਜ ਜੀ ਦਾ ਬਾਜ ਔਰ ਸ਼ਾਹਜਹਾਨ ਦਾ ਬਾਜ ਉੱਤਰ ਆਏ। ਸਤਿਗੁਰਾਂ ਦੇ ਸਿੱਖਾਂ ਨੇ ਦੋਨਾਂ ਬਾਜਾਂ ਨੂੰ ਪਕੜ ਕੇ ਮਹਾਰਾਜ ਦੇ ਪਾਸ ਲਿਆਂਦਾ। ਸਤਿਗੁਰੂ ਬਹੁਤ ਪ੍ਰਸੰਨ ਹੋਏ ਕਿ ਐਸਾ ਅਜੀਬ ਅਜ਼ਬ ਅਸਾਂ ਨੇ ਨੇਤਰਾਂ ਦੇ ਨਾਲ ਪਹਿਲੀ ਵਾਰੀ ਬਾਜ ਦੇਖਿਆ। ਮਹਾਰਾਜ ਦਾ ਮੀਰ ਸ਼ਿਕਾਰ ਵੀ ਕਹਿਣ ਲੱਗਾ, ਮਹਾਰਾਜ ਮੇਰੇ ਪਿਓ ਦਾਦੇ ਪੜਦਾਦੇ ਸ਼ਿਕਾਰੀ, ਪੰਛੀਆਂ ਦੇ ਵਿੱਚ ਹੀ ਸਾਡਾ ਜੰਮਣ ਮਰਨ ਹੁੰਦਾ, ਪਰ ਐਸਾ ਬਾਜ ਮੈਂ ਨਹੀਂ ਦੇਖਿਆ। ਅਨੁਮਾਨ ਹੁੰਦਾ ਹੈ ਕਿ ਇਹ ਬਾਜ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦਾ ਹੋਵੇਗਾ, ਨਹੀਂ ਤੇ ਐਸਾ ਕੀਮਤੀ ਅਤੇ ਚੰਗੀ ਨਸਲ ਦਾ ਬਾਜ ਕੋਈ ਹੋਰ ਨਹੀਂ ਰੱਖ ਸਕਦਾ ਹੈ। ਇੰਨੇ ਸਮੇਂ ਨੂੰ ਬਚਨ ਬਿਲਾਸ ਹੋ ਰਹੇ ਮਹਾਰਾਜ ਨੇ ਆਪਣੇ ਹੱਥ ਉੱਪਰ ਸਜਾਇਆ ਬਾਜ ਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਮੀਰ ਸ਼ਿਕਾਰੀ ਅਤੇ ਉਹਦੇ ਅਹਿਲਕਾਰ ਆਣ ਕੇ ਦਾਵਾ ਕਰਨ ਲੱਗੇ। ਮਹਾਰਾਜ ਕਹਿੰਦੇ ਅਸੀਂ ਖੋਇਆ ਥੋੜਾ ਕਿਸੇ ਤੋਂ, ਨਾਲੇ ਪੰਛੀਆਂ ਦੀ ਇਹ ਖੇਡ ਦਾ ਇੱਕ ਨਿਯਮ ਹੈ ਕਿ ਜਿਹੜਾ ਪੰਛੀ ਉੱਡਦਾ ਹੋਇਆ ਪਕੜਿਆ ਜਾਵੇ ਉਹ ਪਕੜਨ ਵਾਲੇ ਦਾ ਹੁੰਦਾ ਹੈ। ਮਹਾਰਾਜ ਨੇ ਕਹਿੰਦੇ ਸਾਡਾ ਬਾਜ ਸੋ ਤੁਹਾਡੇ ਕੋਲ ਗਿਆ, ਅਸੀਂ ਦਾਵਾ ਨਹੀਂ ਪੇਸ਼ ਕੀਤਾ, ਸਾਡਾ ਬਦਲਾ ਲੈ ਗਿਆ, ਇਹ ਸਾਨੂੰ ਗੁਰੂ ਨਾਨਕ ਨੇ ਦਿੱਤਾ, ਖੋਇਆ ਕਿਸੇ ਤੋਂ ਨਹੀਂ। ਜਦੋਂ ਅਸੀਂ ਇਹ ਬਾਜ ਪ੍ਰਾਪਤ ਕੀਤਾ ਤੁਹਾਡੇ ਵਿੱਚੋਂ ਕੋਈ ਵੀ ਇਹਦੇ ਪਾਸ ਨਾ ਸੀ। ਤਾਂ ਉਸ ਵੇਲੇ ਫਿਰ ਇਹਨਾਂ ਨੇ ਕਿਹਾ ਵੀ ਬਾਦਸ਼ਾਹ ਦਾ ਬਾਜ ਤੁਸੀਂ ਜਾਣਦੇ ਨਹੀਂ। ਮਹਾਰਾਜ ਕਹਿੰਦੇ ਜਾਣਦੇ ਆ, ਜਾ ਕੇ ਕੰਮ ਕਰ। ਇਹਨੇ ਡਰ ਦਿੱਤਾ। ਮਹਾਰਾਜ ਕਹਿੰਦੇ ਡਰ ਦੇਣ ਦੀ ਲੋੜ ਨਹੀਂ, ਵਾਧੂ ਨਹੀਂ ਬੋਲਣਾ, ਐਸਾ ਨਾ ਹੋਵੇ ਕਿ ਇੱਥੇ ਤੁਹਾਡੇ ਸ਼ਸਤਰ ਖੋਹ ਕੇ ਨਿਹੱਥੇ ਕਰਕੇ ਤੁਹਾਨੂੰ ਭੇਜੀਏ। ਇਹ ਕੁਝ ਰੋਬ ਦੇ ਬਚਨ ਕਰਨ ਲੱਗਾ। ਭਾਈ ਬਿਧੀ ਚੰਦ ਜੀ ਸਾਹਿਬ ਆਦਿਕ ਤਿਆਰ ਹੋ ਗਏ ਵੀ ਅੱਜ ਵਾਢੀ ਦੇਣਾ ਇਹਨਾਂ ਨੂੰ। ਉਸ ਵੇਲੇ ਮਹਾਰਾਜ ਦਾ ਇਸ਼ਾਰਾ ਜਾਣ ਕੇ ਚੁੱਪ ਹੋ ਗਏ ਤੇ ਕਿਹਾ ਵੀ ਆਪਣੀਆਂ ਇੱਜ਼ਤਾਂ ਲੈ ਕੇ ਤੇ ਸ਼ਸਤਰ ਲੈ ਕੇ ਚਲੇ ਜਾਓ ਤੇ ਜਾਓ ਜਾ ਕੇ ਫਰਿਆਦ ਕਰੋ ਹਿੰਦੁਸਤਾਨ ਦੇ ਬਾਦਸ਼ਾਹ ਦੇ ਪਾਸ, ਜੋ ਹੋਵੇਗੀ ਵੇਖੀ ਜਾਵੇਗੀ। ਉਸ ਵੇਲੇ ਫਿਰ ਸਾਧ ਸੰਗਤ ਜੀ ਇਹ ਗਏ ਹਨ ਤੇ ਜਾ ਕੇ ਇਹਨਾਂ ਨੇ ਫਰਿਆਦ ਕੀਤੀ। ਇਹਨਾਂ ਨੂੰ ਵੇਖ ਕੇ ਸ਼ਾਹਜਹਾਨ ਨੇ ਕਿਹਾ ਵੀ ਕਿਵੇਂ ਮੂੰਹ ਮਰਝਾਏ ਹੋਏ, ਕੋਈ ਹਾਰ ਖਾ ਕੇ ਆਏ ਆ, ਮਾਰ ਖਾ ਕੇ ਆਏ ਆ। ਉਸ ਵੇਲੇ ਇਹਨਾਂ ਨੇ ਦੱਸਿਆ ਵੀ ਤੁਹਾਡਾ ਬਾਜ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ 5ਵੇਂ ਵਾਰਸ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਕੜ ਲਿਆ। ਉਹ ਤੇ ਤਿਆਰ ਹੋਏ ਖੜੇ ਨੇ ਜੰਗ ਯੁੱਧ ਵਾਸਤੇ। ਇਹ ਬੜੀ ਤੋਹੀਨ ਸੀ ਹਿੰਦੁਸਤਾਨ ਦੇ ਬਾਦਸ਼ਾਹ ਦੇ ਵਾਸਤੇ। ਸੋ ਜਿਹਦੇ ਅੱਗੇ ਵੱਡੇ ਵੱਡੇ ਦੇਸ਼ਾਂ ਦੇ ਰਾਜੇ ਨਾ ਅੜੇ, ਇੱਕ ਫਕੀਰ ਨੇ ਸਾਧ ਸੰਗਤ ਜੀ ਵੰਗਾਰ ਪਾ ਦੇਣੀ ਬੜੀ ਵੱਡੀ ਗੱਲ ਸੀ। ਉਸੇ ਵੇਲੇ ਫਿਰ ਇਹਨੇ ਪਾਨਾਂ ਦਾ ਬੀੜਾ ਤੇ ਨੰਗੀ ਤਲਵਾਰ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਰੱਖੀ ਤੇ ਕਿਹਾ ਵੀ ਇਹ ਪਾਨਾਂ ਦਾ ਬੀੜਾ ਤੇ ਨੰਗੀ ਤਲਵਾਰ ਕੋਈ ਉਠਾਵੇ ਤੇ ਜਾ ਕੇ ਉਸ ਫਕੀਰ ਨੂੰ ਫੜ ਕੇ ਲੈ ਕੇ ਆਵੇ। ਉਸ ਵੇਲੇ ਸਾਧ ਸੰਗਤ ਜੀ ਇੱਥੋਂ ਹੀ ਰਵਾਇਤ ਬਣੀ ਨਾ ਆਖੇ ਜੀ ਬੀੜਾ ਉਠਾਉਣਾ, ਬੀੜਾ ਚੱਕਣਾ, ਇਹ ਗੁਰਮਤਿ ਦੇ ਸ਼ਬਦ ਨਹੀਂ ਹੈਗੇ, ਸਾਨੂੰ ਕਦੇ ਨਹੀਂ ਵਰਤਣੇ ਚਾਹੀਦੇ, ਇਹ ਤੁਰਕਾਂ ਦੇ ਸ਼ਬਦ ਨੇ। ਉਹ ਪਾਨਾਂ ਦਾ ਬੀੜਾ ਰੱਖ ਦਿੰਦੇ ਸੀਗੇ ਤੇ ਫਿਰ ਕੋਈ ਬਹਾਦਰ ਉਸ ਪਾਨਾਂ ਦੇ ਬੀੜੇ ਨੂੰ ਚਬਾਉਂਦਾ ਤੇ ਸ਼ੇਖੀ ਮਾਰਦਾ ਸੀ ਤਲਵਾਰ ਫੜ ਕੇ ਨੰਗੀ ਵੀ ਮੈਂ ਇਹ ਮੁਹਿੰਮ ਜਿੱਤ ਕੇ ਆਵਾਂਗਾ। ਉਸ ਵੇਲੇ ਸਾਧ ਸੰਗਤ ਜੀ ਜਿਹੜਾ ਪੰਜਾਬ ਦਾ ਹਾਕਮ ਕਹਿ ਲਓ, ਲਾਹੌਰ ਦਾ ਜਿਹੜਾ ਸੂਬਾ ਸੀ, ਅੱਜ ਦੀ ਭਾਸ਼ਾ ਵਿੱਚ ਕਹੋ ਮੁੱਖ ਮੰਤਰੀ, ਤਾਂ ਉਸੇ ਪ੍ਰਕਾਰ ਉਹਨੇ ਉਹ ਪਾਨਾਂ ਦਾ ਬੀੜਾ ਉਠਾਇਆ, ਤਲਵਾਰ ਉਠਾਈ। ਉਹਦਾ ਨਾਮ ਸੀ ਮੁਗਲਿਸ ਖਾਨ। 7000 ਫੌਜ ਲੈ ਕੇ ਹੱਲਾ ਕੀਤਾ, ਕੁਰਬਲ ਕਰਦੀ ਇਹਦੀ ਫੌਜ ਉੱਥੋਂ ਹਲੀਆ ਦੇ ਨਾਰੇ ਮਾਰਦੀ ਹੋਈ ਚੱਲ ਪਈ। ਜਦੋਂ ਇਹਦੀ ਫੌਜ ਆਈ, ਇਹਨੇ ਸਮੇਂ ਨੂੰ ਲਾਹੌਰ ਵਿੱਚ ਜਿਹੜੇ ਮਹਾਰਾਜ ਦੇ ਸਿੱਖ ਸਨ, ਕਿਉਂਕਿ ਲਾਹੌਰ ਵਿੱਚ ਸਤਿਗੁਰਾਂ ਦੀ ਸਿੱਖੀ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਥਾਨ ਲਾਹੌਰ ਵਿੱਚ, ਗੁਰੂ ਰਾਮਦਾਸ ਮਹਾਰਾਜ ਦਾ ਆਗਮਨ ਸਥਾਨ ਲਾਹੌਰ ਦੀ ਚੂਨਾ ਮੰਡੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਸਥਾਨ ਧਰਮਸ਼ਾਲਾ ਸੀ। ਉਹਨਾਂ ਸਿੱਖਾਂ ਨੇ ਇੱਕ ਸਾਧ ਸੰਗਤ ਜੀ ਹਲਕਾਰਾ ਸੋ ਸਿੱਖ ਭੇਜਿਆ ਕਿ ਜਾ ਭਾਈ ਕੋਈ ਪੜਾਅ ਨਹੀਂ ਕਰਨਾ, ਚੰਗੀ ਨਸਲ ਦਾ ਘੋੜਾ ਦੇ ਕੇ ਵੀ ਮਹਾਰਾਜ ਨੂੰ ਜਾ ਕੇ ਸੋ ਬੇਨਤੀ ਕਰ ਵੀ ਫੌਜ ਚੜ੍ਹ ਕੇ ਆ ਗਈ ਹੈ, ਮੁਗਲਾਂ ਦੀ ਹਿੰਦੁਸਤਾਨ ਦੇ ਬਾਦਸ਼ਾਹ ਨੇ ਆ ਫੌਜ ਭੇਜੀ ਹੈ। ਉਹ ਸਿੱਖ ਆਇਆ
ਤੇ ਮਹਾਰਾਜ ਇੰਨੇ ਸਮੇਂ ਨੂੰ ਆਰਾਮ ਫਰਮਾਉਂਦੇ ਸਨ। ਰਾਤ ਦਾ ਸਮਾਂ ਸੀ, ਕੱਲ ਦੀ ਕਥਾ ਜਾਪ ਜੀ ਨੇ ਸੁਣਿਆ। ਸੋਧਰ ਤੋਂ ਬਾਅਦ ਮਹਾਰਾਜ ਆਰਾਮ ਕਰਦੇ ਸਨ। ਇਹਨੇ ਕਿਹਾ ਬਹੁਤ ਜ਼ਰੂਰੀ ਬਚਨ ਆ, ਜਿਹੜਾ ਦਵਾਰਪਾਲ ਸੀ, ਪਹਿਰੇਦਾਰ ਸੀ, ਉਹਦੇ ਤਾਈਂ ਕਿਹਾ। ਉਹਨੇ ਕਿਹਾ ਵੀ ਨਹੀਂ, ਮੈਂ ਮਿਲਣ ਨਹੀਂ ਦੇਣਾ, ਮਹਾਰਾਜ ਸੁਖ ਆਸਣ ਵਿੱਚ ਨੇ। ਇਹਨੇ ਕਿਹਾ ਵੀ ਜਿੱਦਾਂ ਮੈਂ ਆਇਆ ਨਾ, ਬਸ ਇੱਦਾਂ ਫੌਜ ਆਈ ਸਮਝੋ। ਫਿਰ ਉਸ ਵੇਲੇ ਸਾਧ ਸੰਗਤ ਜੀ ਇਹ ਸਿੱਖ ਮਹਾਰਾਜ ਨੂੰ ਮਿਲਦਾ ਤੇ ਬੇਨਤੀ ਕਰਦਾ, ਮਹਾਰਾਜ ਸੋ ਫੌਜ ਚੜ੍ਹ ਕੇ ਆ ਗਈ ਹੈ, ਭਾਵੇਂ ਆਪ ਜੀ ਅੰਤਰਜਾਮੀ ਦਿਲ ਜਾਨੀ ਆ, ਪਰ ਅਸੀਂ ਸੋ ਆਪਣਾ ਧਰਮ ਨਿਭਾਇਆ ਹੈ। ਗਰੀਬ ਨਿਵਾਜ ਮਹਾਰਾਜ। ਇਸ ਤਰ੍ਹਾਂ ਜੰਗ ਯੁੱਧ ਦੀ ਤਿਆਰੀ ਹੋ ਰਹੀ ਹੈ। ਜਿਵੇਂ ਮਹਾਰਾਜ ਦੀ ਕਥਾ ਲੜੀਵਾਰ ਰੂਪ ਦੇ ਵਿੱਚ ਆ ਰਹੀ, ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਮੋਂ ਸੁਭਾਏਮਾਨ ਹੋकर ਮਹਾਰਾਜ ਜੀ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ। ਭਾਈ ਸਤਿਗੁਰਾਂ ਦੇ ਅੰਮ੍ਰਿਤ ਸਰੂਪ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਆਪ ਸੁਜਾਨ ਅਹੋ ਸਭ ਰੀਤ। ਇਹ ਸਿੱਖ ਮਹਾਰਾਜ ਨੂੰ ਬੇਨਤੀ ਕਰਦਾ, ਸਤਿਗੁਰੂ ਜੀ ਆਪ ਜੀ ਸਭ ਤਰ੍ਹਾਂ ਕਰਕੇ ਅੰਤਰਜਾਮੀ ਹੋ, ਤੁਹਾਡੀ ਦ੍ਰਿਸ਼ਟੀ ਦੇ ਨਾਲ ਵੀ ਬੁੱਧੂਆਂ ਨੂੰ ਬੁੱਧੀ ਮਿਲ ਜਾਂਦੀ ਹੈ। ਹਤ ਹੋ ਮਲੇਛਣ ਕੀ ਜਹ ਜੀਤ। ਤੇ ਮਹਾਰਾਜ ਮਲੇਸ਼ਾਂ ਨੂੰ ਹਨਾਸ਼ ਕਰੋ ਤੇ ਜਿੱਤ ਕਰੋ। ਇਹ ਸਿੱਖ ਸੰਗਤ ਦੀ ਤਮੰਨਾ ਬੇਨਤੀ ਹੈ। ਕਰਨੇ ਸੁਧ ਏ ਧਰਮ ਹਮਾਰੋ। ਭਾਵੇਂ ਆਪ ਜੀ ਦਿਲ ਜਾਨੀ ਅੰਤਰਜਾਮੀ ਹੋ, ਪਰ ਸੁਧ ਦੇਣੀ, ਖਬਰ ਦੇਣੀ ਇਹ ਸਾਡਾ ਧਰਮ ਸੀ। ਸੋ ਸਾਧ ਸੰਗਤ ਜੀ, ਦੁਨੀਆ ਦੀਆਂ ਕੌਮਾਂ ਜਿਹੜੀਆਂ ਨੇ ਉਹ ਖਬਰ ਦੇ ਉੱਪਰ ਹੀ ਨਿਰਭਰ ਹੁੰਦੀਆਂ ਨੇ। ਸੋ ਇਸੇ ਪ੍ਰਕਾਰ ਦੇਖ ਲਓ, ਭਾਵੇਂ ਫੌਜਾਂ ਦੀ ਵੀ, ਸੋ ਆਰਮੀਆਂ ਦੀ ਵੀ, ਜੇ ਕਿਤੇ ਖਬਰ ਇੱਧਰ ਉੱਧਰ ਨਿਕਲ ਜਾਵੇ ਤੇ ਜਿੱਤ ਤੋਂ ਹਾਰ ਤੇ ਹਾਰ ਤੋਂ ਜਿੱਤ ਸਾਧ ਸੰਗਤ ਜੀ ਹੁੰਦੀ ਹੈ। ਸਿੱਖ ਜਿਹੜੇ ਨੇ ਆਪਣਾ ਸਿੱਖੀ ਧਰਮ, ਜਿਹੜੀ ਗੁਰੂ ਦੇ ਨਾਲ ਮਮਤਾ ਹੈ, ਮਮਤਵ ਹੈ, ਗੁਰੂ ਦੇ ਨਾਲ ਅਪਣਤ ਹੈ, ਉਹਨੂੰ ਸਾਧ ਸੰਗਤ ਜੀ ਨਿਭਾਉਂਦੇ ਨੇ ਆਪਣੀ ਜਾਨ ਵੀ ਤਲੀ ਦੇ ਉੱਪਰ ਧਰ ਕੇ। ਇਹ ਸਿੱਖਾਂ ਨੇ ਕਿਹਾ ਮਹਾਰਾਜ ਖਬਰ ਦੇਣੀ ਇਹ ਸਾਡਾ ਧਰਮ ਸੀ, ਭਾਵੇਂ ਆਪ ਜੀ ਅੰਤਰਜਾਮੀ ਹੋ। ਲਿਖ ਭੇਜੀ ਸਭ ਲੇਹੁ ਸੰਭਾਲੋ। ਮਹਾਰਾਜ ਇਹ ਖਬਰ ਭੇਜੀ ਹੈ, ਆਪ ਜੀ ਸੰਭਾਲ ਲਵੋ ਇਸ ਰੁਕੇ ਨੂੰ, ਇਸ ਚਿੱਠੀ, ਇਸ ਪੱਤਰ ਨੂੰ। ਹੋਰੇ ਦਿਵਸ ਪਠਿਓ ਤਬ ਚਾਰ। ਤੇ ਮਹਾਰਾਜ ਜਿਸ ਵੇਲੇ ਥੋੜਾ ਦਿਨ ਸੀਗਾ ਉਸ ਵੇਲੇ ਫੌਜ ਭੇਜੀ ਤੇ ਅਸੀਂ ਵੀ ਆ ਗਏ। ਜਾਵੋ ਚਲੇ ਬਿਲੰਬ ਵਿਸਾਰ। ਤੇ ਮੇਰੇ ਤਾਈਂ ਸੰਗਤ ਨੇ ਕਿਹਾ ਸੀਗਾ ਕਿ ਜਾਓ ਜਾ ਕੇ ਮਹਾਰਾਜ ਨੂੰ ਇਹ ਸਾਡਾ ਸੁਨੇਹਾ ਦੇ ਦਿਓ। ਹਿਮਲਬਪੁਰ ਮੈਂ ਬੀਤੀ ਕਥਾ। ਕਹਿੰਦੇ ਇਸ ਤਰ੍ਹਾਂ ਲਾਹੌਰ ਵਿੱਚ ਇਹ ਕਥਾ ਬਤੀਤ ਹੋਈ। ਉਹ ਸਤ ਗੁਰ ਕੀਨੀ ਜਥਾ। ਕਹਿੰਦੇ ਜਿਵੇਂ ਸਤਿਗੁਰੂ ਜੀ ਮਹਾਰਾਜ ਨੇ ਕੌਤਕ ਕੀਤਾ ਉਹ ਵੀ ਸੁਣ ਲਵੋ ਭਾਈ। ਖੇਲ ਸਿਕਾਰ ਸਦਨ ਜਬ ਆਏ। ਜਿਸ ਵੇਲੇ ਸਤਿਗੁਰੂ ਜੀ ਮਹਾਰਾਜ ਸ਼ਿਕਾਰ ਖੇਡ ਕੇ ਬਾਜ ਲੈ ਕੇ ਆਪਣੇ ਘਰ ਵਿੱਚ ਆਏ, ਖਾਨ ਪਾਨ ਕਰ ਨਿਸਾ ਬਿਤਾਏ। ਤੇ ਆਰਾਮ ਕਰਕੇ ਮਹਾਰਾਜ ਜੀ ਨੇ ਉਹ ਰਾਤ ਬਤੀਤ ਕੀਤੀ। ਭਈ ਪ੍ਰਭਾਤ ਗਏ ਤਿਸ ਥਾਨ। ਉਸ ਵੇਲੇ ਸਵੇਰ ਹੋਈ ਤਾਂ ਮਹਾਰਾਜ ਉੱਥੇ ਗਏ ਹਨ ਜਹਾਂ ਲੋਹਗੜ ਊਚ ਮਹਾਨ। ਜਿੱਥੇ ਮਾਣ ਨੇ ਲੋਹਗੜ ਨਾਮ ਦਾ ਕਿਲਾ ਸੇ ਕੌਮ ਦੇ ਵਿੱਚ ਪਹਿਲਾ ਕਿਲਾ ਸਾਧ ਸੰਗਤ ਜੀ ਲੋਹਗੜ ਨਾਮ ਦਾ ਬਣਿਆ। ਇਹਦਾ ਨਾਮ ਮਾਣ ਨੇ ਲੋਹਗੜ ਰੱਖਿਆ। ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ ਸਾਧ ਸੰਗਤ ਜੀਓ ਤੇ ਜ਼ਰੂਰ ਜਾ ਕੇ ਇਸ ਕਿਲੇ ਦੇ ਦਰਸ਼ਨ ਪਾਉਣੇ। ਸ਼ਹਿਰ ਦੇ ਬਾਰ-ਬਾਰ ਹੋਣ ਤੇ ਸ਼ਹਿਰ ਦੇ ਵਿੱਚ ਹੀ ਆ ਗਿਆ। ਅਸਲ ਵਿੱਚ ਇਹ ਕਿਲਾ ਮਾਣ ਨੇ ਮੈਦਾਨੇ ਜੰਗ ਯੁੱਧ ਵਾਸਤੇ ਬਣਾਇਆ ਹੋਇਆ ਸੀਗਾ। ਆ ਪਿੱਛੇ ਜੇ ਨਾ ਪੁਰਾਣੀ ਗੱਲ ਹੈ, ਕਈ ਸਾਲ ਹੋ ਗਏ, ਸ਼ਾਇਦ 8-10 ਸਾਲ, ਅੰਮ੍ਰਿਤਸਰ ਸਾਹਿਬ ਦੀ ਖੁਦਾਈ ਕਰਦੇ ਆ। ਅੰਮ੍ਰਿਤਸਰ ਨਗਰ ਨਿਗਮ ਨੂੰ ਪੁਰਾਣੀਆਂ ਇੱਟਾਂ ਮਿਲੀਆਂ, ਉਹ ਸੀਵਰੇਜ ਪੁੱਟਦੇ ਆ। ਜਦੋਂ ਇੱਟਾਂ ਮਿਲੀਆਂ ਉਸ ਵੇਲੇ ਸੋ ਪ੍ਰਸ਼ਾਸਨ ਵਿੱਚ ਥੋੜਾ ਜਿਹਾ ਹਲਚਲੀ ਮਚੀ। ਜਿਹੜੇ ਅੰਮ੍ਰਿਤਸਰ ਸਾਹਿਬ ਦੇ ਹੋਰ ਗੁਰਮੁਖ ਇਤਿਹਾਸਕਾਰ ਸਨ ਉਹਨਾਂ ਨੇ ਇੱਟਾਂ ਵੇਖੀਆਂ ਤੇ ਇੱਟਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਦੀਆਂ ਪੁਰਾਤਨ ਇੱਟਾਂ ਸਨ, ਨਾਨਕਸ਼ਾਹੀ। ਜਦੋਂ ਇੱਟਾਂ ਵੇਖੀਆਂ ਖੋਦਦਿਆਂ ਖੋਦਦਿਆਂ ਉਹ ਸੁਰੰਗ ਸਾਧ ਸੰਗਤ ਜੀ ਸੀ ਅਸਲ ਵਿੱਚ, ਤੇ ਪ੍ਰਸ਼ਾਸਨ ਵੀ ਥੋੜਾ ਜਿਹਾ ਅਲਰਟ ਹੋ ਗਿਆ। ਇਹ ਖਬਰ ਵੀ ਆਈ ਸੀ, ਇੱਥੇ ਅਸੀਂ ਪੰਜਾਬ ਦੀ ਖਬਰ ਪੜ੍ਹਦੇ ਹਾਂ। ਸੋ ਇਸੇ ਪ੍ਰਕਾਰ ਤਾਂ ਕਿ ਪੰਜਾਬ ਦੇ ਨਾਲ ਜੁੜੇ ਰਹੀਏ, ਪੰਥ ਦੇ ਹਾਲਾਤਾਂ ਦਾ ਪਤਾ ਲੱਗਦਾ ਰਹੇ, ਇਹ ਖਬਰ ਵੀ ਆਈ ਸੀ ਅਖਬਾਰ ਦੇ ਵਿੱਚ। ਉਹ ਪ੍ਰਸ਼ਾਸਨ ਅਲਰਟ ਹੋ ਗਿਆ ਵੀ ਖੋਰੇ ਕੋਈ ਸੁਰੰਗ ਨਾ ਹੋਵੇ, ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ।
ਤੇ ਸਾਧ ਸੰਗਤ ਜੀ ਉਹ ਸੁਰੰਗ ਜਿਹੜੀ ਸੀ ਅੰਮ੍ਰਿਤਸਰ ਸਾਹਿਬ ਤੋਂ ਇਹ ਲੋਹਗੜ੍ਹ ਦੇ ਕਿਲੇ ਨੂੰ ਜਾਂਦੀ ਸੀਗੀ। ਇਤਿਹਾਸਕਾਰ ਵੀ ਹੈਰਾਨ ਹੋ ਗਏ। ਉਸ ਵੇਲੇ ਫਿਰ ਇਤਿਹਾਸ ਵਿੱਚ ਨਵੀਂ ਸਾਧ ਸੰਗਤ ਜੀ ਇੱਕ ਜਾਣਕਾਰੀ ਵਧੀ। ਮੈਂ ਕਹਿਣਾ ਇਹ ਚਾਹੁੰਦਾ, ਸਤਿਗੁਰੂ ਜੀ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਜੀ ਤੋਂ ਅਕਾਲ ਤਖਤ ਤੋਂ ਲੋਹਗੜ੍ਹ ਦੇ ਕਿਲੇ ਨੂੰ ਸੁਰੰਗ ਵੀ ਬਣਾਈ ਸੀਗੀ ਕਿ ਅੰਡਰਗਰਾਊਂਡ ਜੇ ਫੌਜ ਨੂੰ ਬਰੂਦ, ਸਿੱਕਾ, ਗੋਲੀ, ਫੌਜ ਇਤਿਆਦਿਕ ਜੇ ਉਧਰ ਕੋਈ ਬੰਬ ਇਤਿਆਦਿਕ ਚੱਲੇ ਤੇ ਵਿੱਚੋਂ ਵਿੱਚ ਹੀ ਜਾਨਾਂ ਬਚਾ ਕੇ ਸਿੱਖ ਜਿਹੜੇ ਨੇ ਉਹ ਆ ਜਾਣ। ਇਹ ਸਾਧ ਸੰਗਤ ਜੀ ਮਹਾਰਾਜ ਦੀ ਤਰਤੀਬ ਸੀ। 10ਵੇਂ ਪਾਤਸ਼ਾਹ ਮਹਾਰਾਜ ਦੇ ਸਾਧ ਸੰਗਤ ਜੀ ਇਤਿਹਾਸ ਪੜ੍ਹੇ ਤੇ ਪਤਾ ਚੱਲਦਾ। ਮਾਨਨੇ ਅਨੰਦਪੁਰ ਸਾਹਿਬ ਖਾਲਸਾ ਜੀ ਕਦੇ ਜਾਓ ਨਾ, ਇੰਨੇ ਗੁਰੂ ਘਰ ਜੇ ਅਨੰਦਪੁਰ ਸਾਹਿਬ ਵੀ ਘੱਟੋ ਘੱਟ 1-2 ਦਿਨ ਤੇ ਚਾਹੀਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਜਾਓ ਖਾਲਸਾ ਜੀ, ਤੇ ਜਾ ਕੇ ਦਰਸ਼ਨ ਪਾਓ। ਉੱਥੇ ਮਾਨ ਨੇ ਕਿੰਨੇ ਕਿਲੇ ਬਣਾਏ ਦੇਖ ਲਓ। ਚਫੇਰੇ ਤਾਰਾਗੜ੍ਹ ਨਾਮ ਦਾ ਕਿਲਾ ਉੱਚਾ ਬਣਾਇਆ, ਜਿਵੇਂ ਤਾਰਾ ਉੱਚਾ ਹੁੰਦਾ ਇਸ ਤਰ੍ਹਾਂ। ਸੋ ਇਸੇ ਪ੍ਰਕਾਰ ਆਨੰਦਗੜ੍ਹ, ਹੋਲਗੜ੍ਹ, ਇਹ ਸਾਰੇ ਕਿਲੇ ਮਾਨ ਨੇ ਸਾਧ ਸੰਗਤ ਜੀ ਚਫੇਰੇ ਬਣਾਏ ਸਨ। ਗਰੀਬ ਨਵਾਜ਼ 10ਵੇਂ ਪਾਤਸ਼ਾਹ ਨੇ ਇਹ ਗੁਰੂ ਘਰ ਦੀ ਸਾਧ ਸੰਗਤ ਜੀ ਤਰਤੀਬ ਰਹੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਕਿਲਾ ਜਿਹੜਾ ਸੀਗਾ ਇਹ ਪਹਿਲਾਂ ਤਿਆਰ ਕੀਤਾ ਸੀ। ਅੱਜ ਦੇਖ ਲਓ ਕਿੰਨੀ ਸ਼ਹਿਰ ਦੀ ਉਚਾਈ ਹੋ ਗਈ ਅੰਮ੍ਰਿਤਸਰ ਸਾਹਿਬ ਜੀ ਦੀ। ਇਹ ਕਿਲਾ ਅੱਜ ਵੀ ਜਿਉਂ ਦਾ ਤਿਉਂ ਉੱਚਾ ਹੀ ਹੈ, ਪੂਰੇ ਸ਼ਹਿਰ ਤੋਂ ਉੱਚਾ। ਕਦੇ ਜਾਓ ਤੇ ਜ਼ਰੂਰ ਦਰਸ਼ਨ ਪਾਉਣੇ। ਦਾਸ ਨੇ ਬਹੁਤ ਵਾਰੀ ਦਰਸ਼ਨ ਪਾਏ ਆ ਬਚਪਨ ਦੇ ਵਿੱਚ। ਤੋ ਇਸੇ ਪ੍ਰਕਾਰ ਉਹ ਕਿਲੇ ਜਿੱਥੇ ਲੋਹਗੜ੍ਹ ਸਥਾਨ ਹੈ ਉੱਥੇ ਗਏ ਹਨ ਮਹਾਰਾਜ। ਇਸਕੇ ਚੋਂ ਦਿਸ ਭੀਤ ਕਰਾਈ, ਉਹਦੇ ਚਫੇਰੇ ਮਾਨ ਨੇ ਕੰਧ ਕਰਾਈ ਹੋਈ ਸੀ। ਆਡੋ ਕਰ ਹਿਤ ਤਕਰਾਈ, ਔਰ ਤਕੜਾਈ ਕਰਨ ਵਾਸਤੇ ਮਾਨ ਨੇ ਓਟ ਕੀਤੀ ਹੋਈ ਸੀ ਤਾਂ ਕਿ ਥੱਲਿਓਂ ਚੱਲਣ ਵਾਲੀਆਂ ਗੋਲੀਆਂ ਅਤੇ ਤੀਰ ਇਤਿਆਦਿਕ ਦਾ ਨੁਕਸਾਨ ਸਿੱਖ ਸੈਨਿਕਾਂ ਨੂੰ ਨਾ ਹੋਵੇ। ਕਾਸ਼ਟ ਦੀ ਰਗ ਹੇਤ ਉਸਾਰਨ, ਔਰ ਉਸਾਰੀ ਦੇ ਵਾਸਤੇ ਵੱਡੀ ਭਾਰੀ ਜੋ ਲੱਕੜ ਸੀ ਉੱਥੇ ਪਈ ਹੋਈ ਸੀ। ਧਰੇ ਆਣ ਹਿਤ ਧਰੇ ਹਾਨ ਕੇ ਤਕਰਿਪ ਮਾਰਨ, ਮਹਾਰਾਜ ਨੇ ਸਾਧ ਸੰਗਤ ਜੀ ਲੱਕੜ ਇਤਿਆਦਿਕ ਧਰੀ ਹੋਈ ਸੀ। ਗਰੀਬ ਨਵਾਜ ਮਹਾਰਾਜ ਜੀ ਨੇ ਇਤਕ ਭਟਨ ਡੇਰਾ ਕਰਵਾਇਓ, ਤੇ ਕੁਝ ਕਸੂਰਮਿਆਂ ਦਾ ਉੱਥੇ ਮਹਾਰਾਜ ਜੀ ਨੇ ਡੇਰਾ ਕਰਵਾਇਆ ਹੋਇਆ ਹੈ। ਰਖੋ ਸੁਚੇਤੀ ਬਾਕ ਅਲਾ, ਮਾਨ ਨੇ ਬਚਨ ਗਏ ਭਾਈ ਸੁਚੇਤੀ ਰੱਖਣੀ ਹੈ, ਚੜ੍ਹਦੀ ਕਲਾ ਵਿੱਚ ਤਿਆਰ ਬਰ ਤਿਆਰ ਰਹਿਣਾ ਹੈ। ਤਖਤ ਸਥਾਨ ਆਨ ਕਰ ਬੈਸੇ, ਆਪ ਮਹਾਰਾਜ ਜਿੱਥੇ ਅਕਾਲ ਤਖਤ ਸਾਹਿਬ ਜੀ ਦਾ ਸਥਲ ਹੈ ਉੱਥੇ ਬਿਰਾਜਮਾਨ ਹੋਏ। ਪੂਰਨ ਸਹਿਤ ਸੁਰਪਤ ਤਿਥ ਜੈਸੇ, ਕਵੀ ਜੀ ਕਹਿੰਦੇ ਇੰਨੀ ਮਹਾਰਾਜ ਦੀ ਸ਼ੋਭਾ, ਚਫੇਰੇ ਮਹਾਰਾਜ ਦੇ ਸਿੱਖ ਸੱਜੇ ਹੋਏ। ਮਹਾਰਾਜ ਦੀ ਸਾਧ ਸੰਗਤ ਜੀ ਇਸ ਸਭਾ ਨੂੰ ਦੇਖ ਕੇ ਇੰਦਰ ਵੀ ਸ਼ਰਮਸ਼ਾਰ ਹੁੰਦਾ ਹੈ। ਗਨ ਸੁਪਟਨ ਕੋ ਲਗਿਓ ਦੀਵਾਨ, ਉਸ ਵੇਲੇ ਸਮੂਹ ਸੂਰਮਿਆਂ ਦਾ ਦੀਵਾਨ ਲੱਗਿਆ ਹੋਇਆ, ਸਭਾ ਲੱਗੀ ਹੋਈ ਹੈ। ਕੀਨੇ ਬਾਜ ਰਹਿ ਸਬਦਾਨ, ਹਿੰਦੁਸਤਾਨ ਦੇ ਬਾਦਸ਼ਾਹ ਦਾ ਬਾਜ ਖੋਣਾ, ਜਿਹਦੇ ਕੋਲ ਸਾਧ ਸੰਗਤ ਜੀ 22 ਲੱਖ ਸੈਨਿਕ ਨੇ, 10,000 ਕਿਲੇ ਨੇ, 50,000 ਜਮੂਰੇ, 35,000 ਤੋਪਾਂ ਨੇ ਜਿਹਦੇ ਕੋਲ ਉਹਨਾਂ ਜ਼ਮਾਨਿਆਂ ਦੇ ਵਿੱਚ। ਵੱਡੀਆਂ ਵੱਡੀਆਂ ਇਮਾਰਤਾਂ ਨੂੰ, ਵੱਡੇ ਵੱਡੇ ਕਿਲਿਆਂ ਨੂੰ ਖੇਹ ਕਰਕੇ ਰੱਖ ਦੇਣ ਵਾਲੀਆਂ, ਕਿਉਂਕਿ ਤੋਪਾਂ ਦਾ ਇਜਾਦ ਵੀ ਇਹਨਾਂ ਦੇ ਰਾਜ ਵਿੱਚ, ਮੁਗਲਾਂ ਦੇ ਰਾਜ ਵਿੱਚ ਹੀ ਹੋਇਆ ਸੀ। ਉਸ ਹਿੰਦੁਸਤਾਨ ਦੇ ਬਾਦਸ਼ਾਹ ਦੀ ਦਿੱਤੀ ਹੋਈ ਸੌਗਾਤ ਬਾਜ ਨੂੰ ਖੋਹ ਕੇ ਤੇ ਵੰਗਾਰ ਪਾਉਣੀ ਤੇ ਕਹਿਣਾ ਕਿ ਜਾਓ ਜਾ ਕੇ ਉਹਨੂੰ ਕਹਿ ਦਿਓ ਵੇਖ ਲਵਾਂਗੇ ਜੋ ਹੋਵੇਗਾ। ਤੋ ਇਸੇ ਪ੍ਰਕਾਰ ਸਿੱਖ ਜਿਹੜੇ ਨੇ ਸਾਵਧਾਨ ਰਹਿੰਦੇ ਨੇ ਔਰ ਤਿਆਰ ਬਰ ਤਿਆਰ ਨੇ, ਖੁਸ਼ੇ ਮਨ ਵਿੱਚ ਕਿ ਕਿਹੜੇ ਵੇਲੇ ਲੋਹੇ ਤੇ ਲੋਹਾ ਖੜਕੇ। ਅੱਜ ਸਤਿਗੁਰ ਆਪਣੇ ਸ਼ਸਤਰ ਮੰਗਾਏ, ਸਤਿਗੁਰੂ ਜੀ ਮਾਨ ਨੇ ਆਪਣੇ ਬਸਤਰ ਸ਼ਸਤਰ ਵੀ ਮੰਗਾ ਲਏ ਹਨ। ਧਰ ਊਚੇ ਥਲ ਧੂਪ ਤੁਖਾਏ, ਉਸ ਵੇਲੇ ਸ਼ਸਤਰਾਂ ਨੂੰ ਉੱਚੀ ਜਗ੍ਹਾ ਤੇ ਟਿਕਾਇਆ ਤੇ ਧੂਪ ਤਖਾਈ ਹੈ। ਇਹ ਗੁਰੂ ਘਰ ਦੀ ਆਦਿ ਕਾਲ ਦੀ ਮਰਜ਼ਾਦਾ ਹੈ। ਫੂਲਣ ਕੀ ਮਾਲਾ ਪਹਿਰਾਵੇ, ਔਰ ਸ਼ਸਤਰਾਂ ਨੂੰ ਫੁੱਲਾਂ ਦੀ ਮਾਲਾ ਪਹਿਰਾਈ ਹੋਈ, ਸ਼ੋਭਨੀਕ ਕੀਤਾ ਹੋਇਆ ਹੈ। ਚਰਚਤ ਚੰਦਨ ਕੋ ਚਿਤ ਲਾਵੇ, ਔਰ ਚੰਦਨ ਦਾ ਔਰ ਹੋਰ ਸੁਗੰਧੀਆਂ ਆਦਿਕ ਦਾ ਛਿੜਕਾਓ ਸਾਧ ਸੰਗਤ ਜੀ ਸ਼ਸਤਰਾਂ ਦੇ ਉੱਪਰ ਕਰਦੇ ਨੇ। ਇਹ ਹਮਾਰੇ ਪੀਰ ਹਨ। ਸ਼ਸਤਰ ਸਾਡਾ ਗੁਰੂ ਹੈ, ਸਾਡਾ ਪੀਰ ਹੈ। ਸਾਡੀ ਸਹਾਇਤਾ ਵੀ ਸ੍ਰੀ ਸਾਹਿਬ ਕਰਦਾ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਾਡੀ ਤੇ ਸਹਾਇਤਾ ਵੀ ਸਾਧ ਸੰਗਤ ਜੀ ਸ੍ਰੀ ਸਾਹਿਬ ਕਰਦੀ। ਅਸੀਂ ਕਿਉਂ ਨਾ ਸ਼ਸਤਰ ਪੂਜਾਂਗੇ? ਅਸੀਂ ਕੋਈ ਲੰਗਰਨਾਥ, ਕੋਈ ਭੰਗਰਨਾਥ ਦੇ ਚੇਲੇ ਨਹੀਂ ਕਿ ਕਿਸੇ ਪਹਾੜ ਦੇ ਗੁਫਾ ਜਾਂ ਕੰਦਰ ਵਿੱਚ ਲੋਕੇ ਦਿਨ ਕੱਟੀ ਕਰਾਂਗੇ। ਗੁਰੂ ਹਰਗੋਬਿੰਦ ਸਾਹਿਬ, ਗੁਰੂ 10ਵੇਂ ਪਾਤਸ਼ਾਹ ਮਹਾਰਾਜ ਦੇ ਸਿੱਖ ਅਤੇ ਸਿੰਘਾਂ ਸ਼ਸਤਰ ਪੂਜਾ ਦਾ ਗਰੀਬ ਨਿਵਾਜ ਮਾਨ ਨੇ ਖਾਲਸੇ ਨੂੰ ਵਿਧ ਵਿਧਾਨ ਦਿੱਤਾ ਹੈ। ਤੇ ਸਤਿਗੁਰੂ ਜੀ ਮਾਨ ਨੇ ਆਪਣੇ ਸ਼ਸਤਰਾਂ ਨੂੰ ਉੱਪਰ ਸਜਾਇਆ, ਬੜਾ ਅਦਬ ਕੀਤਾ, ਚੰਦਨ ਆਦਿਕ ਦਾ ਛਿੜਕਾਓ ਕਰਦੇ ਨੇ।
ਫੂਲ ਮਾਲਾ ਪਹਿਰਾਉਂਦੇ ਹਨ। ਚਾਰ ਚਮਰ ਕੋ ਗਹੇ ਚੁਲਾਵਤ। ਔਰ ਮਹਾਰਾਜ ਆਪਣੇ ਹੱਥ ਵਿੱਚ ਚੌਰ ਲੈ ਕੇ ਨਾ, ਚਾਰ ਕਹੀਏ ਸ੍ਰੇਸ਼ਟ ਤੇ ਚਮਰ ਕਹੀਏ ਚੌਰ, ਗਹੇ ਕਹੀਏ ਪਕੜ ਕੇ ਚਲਾਉਂਦੇ ਨੇ। ਹੱਥ ਵਿੱਚ ਚੌਰ ਲੈ ਕੇ ਨਾ ਮਹਾਰਾਜ ਆਪ ਸ਼ਸਤਰਾਂ ਦੇ ਉੱਪਰ ਮਹਾਰਾਜ ਚੌਰ ਕਰਦੇ ਨੇ। ਸ਼ਸਤਰਾਂ ਦੇ ਉੱਪਰ, ਸ਼ਬਦ ਉੱਪਰ ਵੀ ਚੌਰ ਤੇ ਸ਼ਸਤਰ ਉੱਪਰ ਵੀ ਚੌਰ। ਸਾਰੇ ਸਾਧ ਸੰਗਤ ਜੀ ਗੁਰੂ ਘਰਾਂ ਦੇ ਵਿੱਚ ਸ਼ਬਦ ਅਤੇ ਸ਼ਸਤਰ ਦੀ ਪੂਜਾ ਹੁੰਦੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਇਸ ਬ੍ਰਹਿਮੰਡ ਦੀ ਸਭ ਤੋਂ ਪਿਆਰੀ, ਅਨੋਖੀ, ਅਲੌਕਿਕ, ਅਦੁੱਤੀ, ਬੇਨਜ਼ੀਰ, ਬੇਮਿਸਾਲ ਜਗ੍ਹਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ। ਖਾਲਸਾ ਜੀਓ, ਅੰਮ੍ਰਿਤ ਵੇਲੇ ਦੀ ਸੇਵਾ ਧੁਵਾਈ ਹੁੰਦੀ। ਗੁਰੂ ਕੇ ਸਿੰਘ ਤਿਆਰ ਬਰ ਤਿਆਰ ਬਾਣਿਆਂ ਵਾਲੇ ਮਹਾਰਾਜ ਜੀ ਦੀ ਧੁਵਾਈ ਕਰਦੇ ਨੇ। ਪੂਰਨ ਗੁਰੂ ਕੀ ਜਿਹੜੀ ਮਰਜ਼ਾਦਾ ਪੁਰਾਤਨ ਸਨਾਤਨ ਚੱਲੀ ਆਉਂਦੀ, ਚੋਲਿਆਂ ਦੇ ਸਹਿਤ ਧੁਵਾਈ ਹੁੰਦੀ। ਉੱਥੇ ਬਾਣੀ ਬਾਣੇ ਵਾਲੇ ਸਿੰਘ ਨਿਤਨੇਮੀ ਪ੍ਰੇਮੀ ਧੁਵਾਈ ਕਰਦੇ। ਫਿਰ ਮਹਾਰਾਜ ਦੇ ਕਵਾੜ ਸਧਾਰਨ ਸੰਗਤ ਵਾਸਤੇ ਖੁੱਲ੍ਹ ਜਾਂਦੇ। ਜਦੋਂ ਕਵਾੜ ਖੁੱਲ੍ਹਦੇ ਨੇ, ਉਦੋਂ ਤੋਂ ਲੈ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਤੱਕ ਅਸੀਂ ਹਰਿਮੰਦਰ ਸਾਹਿਬ ਕਿਹਨੂੰ ਮੱਥਾ ਟੇਕਦੇ ਹਾਂ? ਕਦੀ ਸੋਚਿਆ ਜੇ ਖਾਲਸਾ ਜੀ? ਕਿਹਨੂੰ ਮੱਥਾ ਟੇਕਦੇ ਹਾਂ? ਮਹਾਰਾਜ ਤੇ ਆਉਂਦੇ ਨੇ ਬਾਅਦ ਵਿੱਚ ਜਾ ਕੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਰਸਿੰਘਿਆਂ ਦੇ ਨਾਲ, ਸ਼ਾਨ ਦੇ ਨਾਲ, ਠਾਠ ਬਾਠ ਦੇ ਨਾਲ, ਸ਼ਾਹੇ ਸ਼ਹਿਨਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਆਪਾਂ ਕਿਹਨੂੰ ਮੱਥਾ ਟੇਕਦੇ ਹਾਂ ਉਦੋਂ ਤੱਕ? ਕਿਹਦੇ ਕੋਲੋਂ ਲੋਕ ਪਰਲੋਕ ਦੇ ਸੁੱਖ ਮੰਗਦੇ ਹਾਂ? ਕਦੀ ਸੋਚਿਆ ਜੇ? ਇੱਕ ਵਾਰੀ ਪੁੱਛਿਆ ਸੀ ਸਾਧ ਸੰਗਤ ਜੀ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਪਰਉਪਕਾਰੀ ਸੰਤ ਹਿਰਦਾ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਜੀ, ਗਿਆਨੀ ਜਗਤਾਰ ਸਿੰਘ ਸਾਹਿਬ ਜੀ ਨਾਲ ਨੂੰ ਵੀ ਦੱਸੋ, ਤੇ ਅੱਗੋਂ ਹੱਸ ਕੇ ਕਹਿੰਦੇ ਸਵੇਰੇ ਵੇਖ ਲਿਓ ਆਣ ਕੇ। ਕਥਾ ਕਰਨ ਗਏ ਸੀ ਉਦੋਂ, ਤੇ ਆਖਿਆ ਵੀ ਚਲੋ ਦਰਸ਼ਨ ਤੇ ਪਾਇਆ ਵੀ ਆ ਵੀ ਜਾਵਾਂਗੇ, ਪਰ ਆਪ ਜੀ ਦੱਸੋ ਆਪਣੇ ਮੁਖ ਤੋਂ। ਕਹਿੰਦੇ ਸ੍ਰੀ ਸਾਹਿਬ ਸਜਾਈ ਜਾਂਦੀ ਹੈ। ਸਿੱਖ ਸ੍ਰੀ ਸਾਹਿਬ ਨੂੰ ਨਮਸਕਾਰਾਂ ਕਰਦੇ। ਮਸਕੀਨ ਜੀ ਨਾਲ ਨੇ ਆਪਣੀ ਕਥਾ ਦੇ ਵਿੱਚ ਦੱਸਿਆ, ਕਹਿੰਦੇ ਅਸੀਂ ਸੋਚਦੇ ਸੀਗੇ ਵੀ ਸ਼ਾਇਦ ਉਸ ਤਰ੍ਹਾਂ ਹੀ, ਪਰ ਸਮੁੱਚੇ ਗੁਰ ਤਖਤਾਂ, ਗੁਰ ਅਸਥਾਨਾਂ ਦੇ ਉੱਪਰ, ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਜੀ ਪੰਥ ਦੀ ਰਵਾਇਤ ਹੈ ਕਿ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਘੱਟੋ ਘੱਟ ਤੇ ਘੱਟੋ ਘੱਟ ਇੱਕ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਮੁੱਠ ਅਤੇ ਬਾਹਰਲੇ ਪਾਸੇ ਨੂੰ ਧਾਰਾ ਕਰਕੇ, ਸ੍ਰੀ ਸਾਹਿਬ ਦੀ ਧਾਰਾ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲ ਨਹੀਂ ਹੋਣੀ ਚਾਹੀਦੀ। ਧਾਰਾ ਜਿਹੜੀ ਬਾਹਰ ਵਾਲੇ ਪਾਸੇ ਨੂੰ ਹੋਣੀ ਚਾਹੀਦੀ ਹੈ, ਮੁੱਠ ਮਹਾਰਾਜ ਵੱਲ ਨੂੰ ਹੋਣੀ ਚਾਹੀਦੀ ਹੈ। ਇੱਕ ਸ੍ਰੀ ਸਾਹਿਬ ਜ਼ਰੂਰ ਸਜਾਉਣੀ ਚਾਹੀਦੀ। ਕਈ ਗੁਰੂ ਕੇ ਸਿੰਘ ਜਿਨ੍ਹਾਂ ਨੂੰ ਸਾਧ ਸੰਗਤ ਜੀ ਮਰਜ਼ਾਦਾ ਦਾ ਪਤਾ, ਉਹ ਘਰ ਵਿੱਚ ਵੀ ਮਹਾਰਾਜ ਦਾ ਪ੍ਰਕਾਸ਼ ਕਰਦੇ ਜਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਦੇ, ਉਦੋਂ ਇਸ ਮਰਜ਼ਾਦਾ ਨੂੰ ਸਾਧ ਸੰਗਤ ਜੀ ਅਪਣਾਉਂਦੇ ਨੇ। ਇਹ ਮਤਾ ਸੋਚਿਓ ਕਿਤੇ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਾਂ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸ਼ਸਤਰਾਂ ਦੀ ਪੂਜਾ ਹੁੰਦੀ ਹੈ। ਕੁੱਲ ਜਹਾਨ ਵਿੱਚ ਪੂਜਾ ਹੁੰਦੀ। ਕੋਈ ਐਸਾ ਗੁਰੂ ਘਰ ਨਹੀਂ ਜਿੱਥੇ ਸ਼ਸਤਰ ਦੀ ਪੂਜਾ ਨਹੀਂ ਹੁੰਦੀ। ਤੇ ਜਿੱਥੇ ਸ਼ਸਤਰ ਦੀ ਪੂਜਾ ਨਹੀਂ ਹੁੰਦੀ, ਉਹ ਹੋਰ ਕੋਈ ਘਰ ਤੇ ਜਿਹੜਾ ਮਰਜ਼ੀ ਹੋ ਸਕਦਾ, ਗੁਰੂ ਘਰ ਨਹੀਂ ਹੋ ਸਕਦਾ। ਉਹ ਸਾਧ ਸੰਗਤ ਜੀ, ਗਰੀਬ ਨਿਵਾਜ ਮਾਨ ਨੇ ਸਾਨੂੰ ਸ਼ਬਦ ਅਤੇ ਸ਼ਸਤਰ ਬਖਸ਼ਿਆ ਹੈ। ਗਰੀਬ ਨਿਵਾਜ ਮਾਨ ਨੇ ਸਾਨੂੰ ਪੀਰ ਅਤੇ ਮੀਰ ਬਣਾਇਆ ਹੈ। ਅਸੀਂ ਰੱਜ ਕੇ ਸੰਤ ਹਾਂ ਜੀ, ਤੇ ਸੰਤ ਦੇ ਨਾਲ ਅਸੀਂ ਰੱਜ ਕੇ ਸਿਪਾਹੀ ਵੀ ਹਾਂ। ਸਾਡੇ ਕੋਲ ਸ਼ਬਦ ਐਸਾ ਜਿਹੜਾ ਸਾਧ ਸੰਗਤ ਜੀ ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ ਦੀ ਧੁਨ ਜਿਹੜੀ ਦੁਨੀਆ ਦੀਆਂ ਧੁਨਾਂ ਵਿੱਚ ਲੱਭਿਆ ਨਹੀਂ ਲੱਭਦੀ। ਦੀਵਾ ਲੈ ਕੇ ਕੋਈ ਲੱਭੀ ਜਾਵੇ, ਉਹ ਧੁਨ ਹੈ ਸਾਡੇ ਪਾਸ। ਉਹ ਧੁਨ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਸਭ ਤੋਂ ਛੋਟੇ ਸਕੇ ਸਹੁਰਾ ਹਜ਼ਰਤ ਉਮਰ ਦੇ ਖਾਨਦਾਨ ਸੰਤਾਨ ਵਿੱਚੋਂ ਬਾਬਾ ਸ਼ੇਖ ਫਰੀਦ ਜੀ ਸਾਹਿਬ, ਉਹਨਾਂ ਦੀ ਧੁਨ ਵੀ ਉੱਠਦੀ ਹੈ। ਰਾਮਾਨੰਦ ਬ੍ਰਾਹਮਣ ਜੀ ਦੇ ਬਾਣੀ ਦੇ ਬਚਨ ਹਰ ਰੋਜ਼ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਵਾ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਭਗਤ ਰਾਮਾਨੰਦ ਜੀ ਸਾਹਿਬ ਬ੍ਰਾਹਮਣ ਦੀਆਂ ਧੁਨਾਂ ਉੱਠਦੀਆਂ ਨੇ, ਔਰ ਸ਼ੇਖ ਫਰੀਦ ਮੁਸਲਮਾਨ ਦੀਆਂ ਧੁਨਾਂ ਉੱਠਦੀਆਂ ਨੇ। ਐਸਾ ਸਾਡੇ ਕੋਲ ਸ਼ਬਦ ਵੀ ਹੈ। ਦੋ ਧਾਰਾ, ਹਿੰਦੂ ਅਤੇ ਮੁਸਲਮਾਨ ਸਭ ਨੂੰ ਸਾਧ ਸੰਗਤ ਜੀ ਜੋੜਨ ਵਾਲਾ। ਤੇ ਸਾਡੇ ਕੋਲ ਸਾਧ ਸੰਗਤ ਜੀ ਐਸਾ ਸ਼ਸਤਰ ਵੀ ਹੈ ਜਿਹੜਾ ਦੋ ਧਾਰਾ ਹੈ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਜੀਵਨ ਦੀ ਸਭ ਤੋਂ ਪਹਿਲੀ ਜਿਹੜੀ ਸ੍ਰੀ ਸਾਹਿਬ ਹੈ, ਆ ਸਾਹਮਣੇ ਸ਼ੋਭਾਇਮਾਨ ਮਹਾਰਾਜ ਜੀ ਦੇ ਤਖਤ ਅਸਥਾਨ ਦੇ ਉੱਪਰ ਸਾਧ ਸੰਗਤ ਜੀ, ਇਹਦਾ ਨਾਮ ਸੈਫ ਹੈ। ਸ੍ਰੀ ਸਾਹਿਬ ਦੇ ਬੜੇ ਨਾਮ ਨੇ। ਆ ਜਿਹੜੀ ਦਾਸ ਨੇ ਹੱਥ ਵਿੱਚ ਪਕੜੀ, ਇਹਨੂੰ ਗੋਲੀਆ ਕਹਿੰਦੇ ਨੇ। ਸਿੰਘ ਸਾਹਿਬ ਬਾਬਾ ਰਾਮ ਸਿੰਘ ਸਾਹਿਬ ਜੀ, ਬਾਬਾ ਕੁਲਵੰਤ ਸਿੰਘ ਸਾਹਿਬ ਜੀ ਨੇ ਦਾਸ ਨੂੰ ਇਹ ਬਣਾ ਕੇ ਸੇਵਾ ਦੇ ਵਿੱਚ ਉਹਨਾਂ ਨੇ ਭੇਜੀ ਹੈ।
ਗੁਰਮੁਖਾਂ ਮਹਾਂਪੁਰਖਾਂ ਨੇ। ਇਹਨੂੰ ਗੋਲੀਆ ਕਹਿੰਦੇ ਨੇ। ਜੋ ਸਿੰਘ ਨਿਹੰਗ ਸਿੰਘ ਆਪਣੇ ਹੱਥ ਵਿੱਚ ਵਾਢਾਕਾਰੀ ਫੜਦੇ ਨੇ ਉਹਨੂੰ ਸਾਧ ਸੰਗਤ ਜੀ ਖੰਡਾ ਕਹਿੰਦੇ ਨੇ। ਸ੍ਰੀ ਸਾਹਿਬ ਦੇ ਬਹੁਤ ਸੈਫ ਸਰੋਹੀ ਇਤਿਆਦਿਕ ਅਨੰਤ ਨਾਮ ਨੇ, ਅਨੰਤ ਪ੍ਰਕਾਰ ਦੇ ਸ੍ਰੀ ਸਾਹਿਬ ਹੁੰਦੇ। ਕਦੇ ਪੜ੍ਹਨਾ ਹੋਵੇ ਤੇ ਮਹਾਨ ਕੋਸ਼ ਵਿੱਚੋਂ ਪੜ੍ਹ ਲਿਓ ਸ੍ਰੀ ਸਾਹਿਬਾਂ ਦੇ ਬਾਰੇ। ਪਹਿਲੀ ਸ੍ਰੀ ਸਾਹਿਬ ਜਿਹੜੀ 10ਵੇਂ ਪਾਤਸ਼ਾਹ ਨੇ ਧਾਰਨ ਕੀਤੀ, ਮੈਂ ਬੇਨਤੀ ਕਰ ਰਿਹਾ ਸੀ, ਉਹਦਾ ਨਾਮ ਹੈ ਸੈਫ। ਸੈਫ ਹੁੰਦੀ ਸ੍ਰੀ ਸਾਹਿਬ ਹੈ ਪਰ ਦੋ ਧਾਰੀ ਹੁੰਦੀ। ਉਹ ਪੀਰੀ ਅਤੇ ਮੀਰੀ ਦਾ ਪ੍ਰਤੀਕ ਹੈ। ਉਹ ਮਾਲਾ ਔਰ ਸ਼ਸਤਰ ਦਾ ਪ੍ਰਤੀਕ ਹੈ, ਸੰਤ ਅਤੇ ਸਿਪਾਹੀ ਦਾ ਪ੍ਰਤੀਕ ਹੈ। ਅਸੀਂ ਕੋਈ ਜੋਗੀ ਨਹੀਂ ਕੰਨ ਪਾਟੇ ਕਿ ਕਿਸੇ ਪਹਾੜ ਦੀਆਂ ਗੁਫਾਵਾਂ ਜਾਂ ਕੰਦਰਾਂ ਵਿੱਚ ਰਹਾਂਗੇ। ਗਰੀਬ ਨਿਵਾਜ ਮਹਾਰਾਜ ਜੀ ਦੇ ਪੰਥ ਨੇ ਰਾਜ ਕੀਤਾ ਹੈ ਔਰ ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਬਿਗਰਸ ਕਾਜ ਦੇ ਬਚਨ ਮਹਾਰਾਜ ਜੀ ਦੇ ਹਨ। ਤੇ ਮਹਾਰਾਜ ਦੇ ਬਚਨ ਨੇ, ਜਬ ਹਮਰੇ ਦਰਸ਼ਨ ਕੋ ਆਵਹੋ ਬਨ ਸੁਚੇਤ ਤਨ ਸ਼ਸਤਰ ਸਜਾਵੋ। ਮਹਾਰਾਜ ਕਹਿੰਦੇ ਜਦੋਂ ਮੇਰੇ ਦਰਸ਼ਨਾਂ ਦੇ ਵਾਸਤੇ ਉਹਨਾਂ ਸੁਚੇਤ ਹੋ ਕੇ ਸ਼ਸਤਰ ਸਜਾ ਕੇ ਆਇਆ ਕਰੋ। 10ਵੇਂ ਪਾਤਸ਼ਾਹ ਮਹਾਰਾਜ ਦੀ ਆਗਿਆ, ਬਿਨਾਂ ਤੇਗ ਕੇ ਸਿੰਘ ਨਾ ਦੇਵੋਂ ਦੀਦਾਰੇ। ਮਹਾਰਾਜ ਦੀ ਸ਼ਰਤ ਹੈ ਕਿ ਬਿਨਾਂ ਤੇਗ ਤੋਂ ਔਰ ਬਿਨਾਂ ਕੇਸਾਂ ਤੋਂ ਮੈਂ ਦਰਸ਼ਨ ਨਹੀਂ ਦਿੰਦਾ ਹਾਂ। ਇਹ ਗਰੀਬ ਨਿਵਾਜ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਸਾਧ ਸੰਗਤ ਜੀ ਇਹ ਸ਼ਰਤ ਆਖੀ ਹੈ। ਤੋ ਗਰੀਬ ਨਿਵਾਜ ਮਹਾਰਾਜ ਸਾਧ ਸੰਗਤ ਜੀਓ ਆਪ ਸ਼ਸਤਰਧਾਰੀ ਹੋਏ ਨੇ। ਇੱਥੋਂ ਤੱਕ ਇੱਕ ਵਾਰੀ ਦਾਸ ਨੇ ਬੇਨਤੀ ਵੀ ਕੀਤੀ ਸੀ, 2017 ਦੀ ਗੱਲ ਹੋਵੇ ਸ਼ਾਇਦ, ਕਿਸੇ ਵੱਡੀ ਸਟੇਜ ਉੱਪਰ, ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸ਼ਸਤਰਧਾਰੀ ਸਨ। ਬੜੀਆਂ ਉਸ ਅਸਥਾਨ ਦੇ ਉੱਪਰ ਚਿੱਠੀਆਂ ਵੀ ਆਈਆਂ, ਮੈਨੂੰ ਕਿਹਾ ਵੀ ਗਿਆ ਕਿ ਵੀ ਇਹਨਾਂ ਦੇ ਜਵਾਬ ਦਿਓ ਇਹਨਾਂ ਚਿੱਠੀਆਂ ਦੇ ਹੁਣ, ਕਿਉਂਕਿ ਉੱਥੋਂ ਦੀ ਕਥਾ ਸਾਰਾ ਜਹਾਨ ਸੁਣਦਾ ਹੈ। ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਸ਼ਾਇਦ ਤੁਸੀਂ ਸਮਝ ਹੀ ਗਏ ਹੋ। ਮੈਂ ਬੇਨਤੀ ਕੀਤੀ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੇ ਹੱਥ ਵਿੱਚ ਬਰਛਾ ਰੱਖਿਆ ਕਰਦੇ ਸਨ। ਗਿਆਨੀ ਗਿਆਨ ਸਿੰਘ ਜੀ ਨੇ ਜਦੋਂ ਇੱਥੇ ਪਟਨੇ ਆਏ ਨੇ, ਉਦੋਂ ਅੱਗੇ ਆਪ ਜੀ ਬੰਗਲਾਦੇਸ਼ ਵਿੱਚ ਵੀ ਗਏ ਨੇ। ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਰਛੇ ਦੀ ਪੂਜਾ ਉਹਨਾਂ ਨੇ ਨੇਤਰਾਂ ਨਾਲ ਤੱਕੀ ਸੀ। ਤੇ ਗੁਰਦੁਆਰਾ ਬਰਛਾ ਸਾਹਿਬ ਸਾਧ ਸੰਗਤ ਜੀ ਸੁਸ਼ੋਭਿਤ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਹੱਥ ਵਿੱਚ ਬਰਛਾ ਪਕੜਿਆ ਕਰਦੇ ਸਨ ਆਪ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਡਾਂਗ ਮਾਰੀ, ਜਿੱਥੇ ਗੁਰਦੁਆਰਾ ਕੋ ਡਾਂਗ ਮਾਰ ਸਾਹਿਬ ਸੁਸ਼ੋਭਿਤ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬ ਨਵਾਜ ਆਪਣੇ ਹੱਥ ਵਿੱਚ ਸੋਟਾ ਔਰ ਬਰਛਾ ਰੱਖਿਆ ਕਰਦੇ ਸਨ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਅਸਾ ਹੱਥ ਕਿਤਾਬ ਕਸ਼ ਪੂੰਜਾ ਬਾਗ ਮੁਸੱਲਾ ਧਾਰੀ। ਔਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਆਪ ਜੀ ਇੰਨੇ ਵੱਡੇ ਵੀਰ ਬਹਾਦਰ ਸਨ। ਸਾਧ ਸੰਗਤ ਜੀ, ਆ ਸ਼ੇਰਸ਼ਾਹ ਸੂਰੀ ਦਾ ਮਕਬਰਾ, ਇਹਦੇ ਕੋਲੋਂ ਹਾਰਿਆ ਸੀਗਾ ਸ਼ੇਰਸ਼ਾਹ ਸੂਰੀ ਦੇ ਕੋਲੋਂ ਹਮਾਊ, ਬਾਬਰ ਦਾ ਪੁੱਤ। ਉਹਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਪਰ ਤਲਵਾਰ ਉਠਾਉਣੀ ਚਾਹੀ ਸੀ ਤੇ ਮਾਣ ਨੇ ਇੱਕੋ ਵਜਨ ਗਿਆ ਸੀਗਾ ਵੀ ਸ਼ਰਮ ਨਹੀਂ ਆਉਂਦੀ, ਜਿੱਥੇ ਤਲਵਾਰ ਚੁੱਕਣੀ ਸੀ ਉੱਥੇ ਕਾਇਰਾਂ ਤੇ ਡਰਪੋਕਾਂ ਵਾਂਗੂ ਆ ਗਿਆ, ਜਿੱਥੇ ਸਿਰ ਝੁਕਾਉਣਾ ਉੱਥੇ ਤਲਵਾਰ ਚੁੱਕਦਾ। ਇਹਦਾ ਸਾਧ ਸੰਗਤ ਜੀ ਸਰੀਰ ਜੜ ਹੋ ਗਿਆ ਸੀ। ਇੰਨੀ ਵੱਡੀ ਮਹਾਰਾਜ ਨੇ ਸਾਧ ਸੰਗਤ ਜੀ ਵੀਰਤਾ ਦਿਖਾਈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਧੀਆ ਘੋੜੀ ਰੱਖੀ ਸੀ, ਆਪ ਜੀ ਘੋੜ ਸਵਾਰੀ ਕਰਿਆ ਕਰਦੇ ਸਨ। ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੇ ਹੱਥ ਵਿੱਚ ਖੁੰਡਾ ਪਕੜਿਆ ਕਰਦੇ ਸਨ। ਗੁਰੂ ਰਾਮਦਾਸ ਮਹਾਰਾਜ ਜੀ ਦਾ ਖੁੰਡਾ ਭਾਈ ਰੂਪ ਚੰਦ ਜੀ ਸਾਹਿਬ ਜੀ ਦੀ ਅੰਸ਼ ਬੰਸ ਇੱਥੇ ਤਖਤ ਸਾਹਿਬ ਜੀ ਤੇ ਲੈ ਕੇ ਆਈ ਸੀ। ਸਮੁੱਚੇ ਸੰਸਾਰ ਭਰ ਨੇ ਗੁਰੂ ਰਾਮਦਾਸ ਮਹਾਰਾਜ ਦੇ ਖੁੰਡੇ ਦੇ ਦਰਸ਼ਨ ਠੀਕ ਇਸੇ ਸਟੇਜ ਤੋਂ ਤਖਤ ਸਾਹਿਬ ਜੀ ਤੋਂ ਸਾਧ ਸੰਗਤ ਜੀ ਪਾਏ ਸਨ। ਮਹਾਰਾਜ ਆਪਣੇ ਹੱਥ ਵਿੱਚ ਖੁੰਡਾ ਸ਼ਸਤਰ ਰੱਖਿਆ ਕਰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਮਾਤਾ ਗੰਗਾ ਜੀ ਸਾਹਿਬ ਜੀ ਨੂੰ ਵਿਆਹਣ ਵਾਸਤੇ ਗਏ ਨੇ ਖਾਲਸਾ ਜੀ ਮਾਊ ਨਗਰ ਵਿੱਚ, ਮਾਊ ਪਿੰਡ ਵਿੱਚ, ਉਸ ਵੇਲੇ ਲੋਕਾਂ ਨੇ ਕਿਹਾ ਵੀ ਇਹ ਕਿੱਥੋਂ ਫਕੀਰ ਆ ਗਏ, ਫਕੀਰਾਂ ਦੀ ਜੰਜ ਲੈ ਕੇ ਆ ਗਏ ਮਹਾਰਾਜ ਲਾੜੇ ਬਣ ਕੇ, ਕਿਉਂਕਿ ਮਹਾਰਾਜ ਸਾਧ ਸੰਤ ਨਾਲ ਲੈ ਕੇ ਗਏ ਜੀ ਢੋਲਕੀਆਂ ਛੈਣੇ ਜੰਜ ਵਿੱਚ। ਲੋਕਾਂ ਨੇ ਕਿਹਾ ਵੀ ਇਹ ਤੇ ਸਾਡੀ ਤੋਹੀਨ ਆ। ਉਸ ਵੇਲੇ ਕਥਾ 'ਚ ਲਿਖਿਆ ਕਿ ਪਿੰਡ ਵਾਲਿਆਂ ਨੇ ਕਿਹਾ ਵੀ ਅਸੀਂ ਫਕੀਰ ਦੇ ਨਾਲ, ਦਰਵੇਸ਼ ਦੇ ਨਾਲ, ਸਾਧ ਦੇ ਨਾਲ ਕੁੜੀ ਨਹੀਂ ਤੋਰਨੀ। ਗਿਆਨੀ ਮਾਨ ਸਿੰਘ ਜੀ ਝੌਰ ਜੀ ਸਾਹਿਬ ਜੀ ਨਾਲ ਨੇ ਸੁਣਾਇਆ ਬਚਨ, ਹੈ ਗੁਰੂ ਕਾ ਇਤਿਹਾਸ, ਕਦੇ ਜਾਓ ਤੇ ਦਰਸ਼ਨ ਪਾਉਣੇ। ਉਸ ਵੇਲੇ ਫਿਰ ਕਿਹਾ ਵੀ ਅਸੀਂ ਤਾਂ ਮੰਨੀਏ, ਇਹ ਸਾਡਾ ਰਿਵਾਜ ਆ ਵੀ ਪਹਿਲਾਂ ਕਿੱਲਾ ਪੁੱਟੋ, ਜਿਵੇਂ ਨਿਹੰਗ ਸਿੰਘ ਸਾਧ ਸੰਗਤ ਜੀ ਕਿੱਲਾ ਪੁੱਟਦੇ ਨੇ, ਹਜੂਰ ਸਾਹਿਬ ਔਰ ਗੁਰੂ ਕੀਆਂ ਫੌਜਾਂ ਅਨੰਦਪੁਰ ਸਾਹਿਬ ਕਿੱਲਾ ਪੁੱਟਦੇ ਨੇ ਨਿਹੰਗ ਸਿੰਘ। ਕਿਹਾ ਪਹਿਲਾਂ ਕਿੱਲਾ ਪੁੱਟੋ ਘੋੜੀ ਤੇ ਸਵਾਰ ਹੋ ਕੇ, ਫਿਰ ਮਾਤਾ ਗੰਗਾ ਜੀ ਸਾਹਿਬ ਜੀ ਦੇ ਨਾਲ ਵਿਆਹ ਹੋਵੇਗਾ। ਤੇ ਮਹਾਰਾਜ ਕਹਿੰਦੇ ਵੀ ਸਾਧਾਂ ਦੀ ਪਰਖ ਨਹੀਂ ਲਈਦੀ ਹੁੰਦੀ, ਪਰਖ ਦੇਣੀ ਵੀ ਪੈਂਦੀ, ਨਾ ਹੀ ਟਲੇ। ਉਸ ਵੇਲੇ ਸਾਧ ਸੰਗਤ ਜੀ ਕੋਈ ਮੁਸਲਮਾਨ ਫਕੀਰ ਸੀ, ਉਹਦੇ ਕੋਲ ਘੋੜਾ ਸੀ ਚੰਗੀ ਵਧੀਆ ਨਸਲ ਦਾ। ਉਹਨੇ ਮਹਾਰਾਜ ਨੂੰ ਘੋੜਾ ਭੇਟ ਕੀਤਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਹੱਥ ਵਿੱਚ ਨੇਜਾ ਰੱਖਿਆ ਕਰਦੇ ਸੀ, ਬਰਛਾ ਸ਼ਸਤਰ ਮਹਾਰਾਜ ਆਪਣੇ ਹੱਥ ਵਿੱਚ ਰੱਖਿਆ ਕਰਦੇ ਸੀ। ਹਰੇਕ ਸਿੰਘ ਨੂੰ ਸਾਧ ਸੰਗਤ ਜੀ ਆਪਣੇ ਘਰ ਵਿੱਚ ਪੋਥੀਆਂ ਸ਼ਬਦ
ਤੇ ਆਪਣੇ ਘਰ ਵਿੱਚ ਸ਼ਸਤਰ ਵਧੀਆ ਤੋਂ ਵਧੀਆ ਟੌਪ ਤੋਂ ਟੌਪ ਦੇ ਸ਼ਸਤਰ ਜਿਹੜੇ ਨੇ ਆਪਣੇ ਘਰ ਵਿੱਚ ਸਜਾ ਕੇ ਰੱਖਣੇ ਚਾਹੀਦੇ। ਸਮੇਂ ਤੋਂ ਸਮੇਂ ਤੇ ਉਹਨਾਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਖਾਲਸਾ ਜੀ, ਸਿੰਘਾਂ ਦੇ ਸੁਭਾਅ ਬਣੇ, ਜਿਵੇਂ ਕਿਸੇ ਕੋਲ ਕੋਈ ਮਾਇਆ ਹੁੰਦੀ ਹੈ, ਉਹ ਵਧੀਆ ਤੋਂ ਵਧੀਆ ਸ਼ਸਤਰ ਖਰੀਦ ਕੇ ਰੱਖ ਲੈਂਦੇ ਨੇ। ਇਹ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੌਮ ਨੂੰ ਸਾਨੂੰ ਵਿਰਾਸਤ ਦਿੱਤੀ ਹੋਈ। ਉਸ ਵੇਲੇ ਮਾਣ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ। ਸਾਧ ਸੰਗਤ ਜੀ, ਉਹ ਨੇਜਾ ਪਕੜਿਆ ਤੇ ਮਾਊ ਨਗਰ ਦੇ ਲੋਕਾਂ ਨੇ, ਜਿਨ੍ਹਾਂ ਦੇ ਮਨ ਵਿੱਚ ਸਾਧ ਸੰਗਤ ਜੀ ਝੂਠ ਸੀ, ਗੁਰੂ ਕਾ ਇਤਿਹਾਸ ਹੈ, ਝੂਠ ਸੀ, ਜਿਨ੍ਹਾਂ ਦੇ ਮਨ ਵਿੱਚ ਫਰੇਬ ਸੀ, ਉਹਨਾਂ ਨੇ ਕਿੱਲਾ ਕਾਹਦਾ ਗੱਡਿਆ? ਕਿੱਕਰ ਦਾ। ਕਿੱਕਰ ਦੋ ਤਰ੍ਹਾਂ ਦੀ ਹੁੰਦੀ, ਇੱਕ ਦੇਸੀ ਕਿੱਕਰ ਹੁੰਦੀ, ਇੱਕ ਪਹਾੜੀ ਕਿੱਕਰ ਹੁੰਦੀ। ਦੇਸੀ ਕਿੱਕਰ ਬੜੀ ਮੁਲਾਇਮ, ਬੜੀ ਨਰਮ ਹੁੰਦੀ, ਲੋਕ ਉਹਦੀਆਂ ਦਾਤਣਾ ਵੀ ਕਰਦੇ, ਉਹਦਾ ਦੰਦਾਸਾ ਵੀ ਬਣਦਾ। ਜਿਹੜੀ ਪਹਾੜੀ ਕਿੱਕਰ ਹੁੰਦੀ ਇੰਨੀ ਜ਼ਿਆਦਾ ਮਜ਼ਬੂਤ ਹੁੰਦੀ ਕਿ ਗੋਲੀ ਨਾ ਲੰਘੇ ਉਹਦੇ ਵਿੱਚੋਂ ਦੀ। ਉਸ ਪਹਾੜੀ ਕਿੱਕਰ ਨੂੰ ਤਰਾਸ਼ ਕੇ ਉਹਦਾ ਮੁੱਢ ਜਿਹੜਾ ਸੀ, ਜੜ ਜਿਹੜੀ ਸੀ, ਉਹਦਾ ਕਿੱਲਾ ਬਣਾਇਆ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਘੋੜੀ ਤੇ ਸਵਾਰ ਹੋਏ। ਸਾਧ ਸੰਗਤ ਜੀ, ਨੇਜਾ ਹੱਥ ਵਿੱਚ ਪਕੜਿਆ ਤੇ ਇੰਨੀ ਜ਼ੋਰ ਦੀ ਨੇਜਾ ਪੁੱਟਿਆ ਕਿ ਘੋੜਾ ਮਰ ਗਿਆ। ਉੱਥੇ ਗੁਰੂ ਕਾ ਇਤਿਹਾਸ ਹੈ, ਉਹ ਘੋੜਾ ਮਰ ਗਿਆ। ਤੇ ਉਸ ਵੇਲੇ ਸਾਧ ਸੰਗਤ ਜੀ ਮਾਣ ਨੇ ਕਿੱਲਾ ਪੁੱਟਿਆ ਤੇ ਬਚਨ ਕਹੇ, ਮਾਊ ਮਾਰੀ ਕਰਤਾਰ ਇਸ ਵਿੱਚ ਵਸਣ ਝੂਠੇ। ਵੀ ਇਹ ਮਾਊ ਕਰਤਾਰ ਨੇ ਮਾਰੀ, ਇਹਦੇ ਵਿੱਚ ਝੂਠੇ ਲੋਕ ਵਸਦੇ। ਮਾਊ ਮਾਰੀ ਕਰਤਾਰ ਇਸ ਵਿੱਚ ਵਸਣ ਝੂਠੇ, ਸਿਰੀ ਇਹਨਾਂ ਦੇ ਟੋਪੀਆਂ ਹੱਥ ਫੜ ਲੈ ਠੂਠੇ। ਇਹਨਾਂ ਦੇ ਸਿਰ ਉੱਪਰ ਫਕੀਰਾਂ ਵਾਲੀਆਂ ਟੋਪੀਆਂ ਹੋਣਗੀਆਂ, ਹੱਥਾਂ ਵਿੱਚ ਠੂਠਾ ਲੈ ਕੇ ਮੰਗਦੇ ਫਿਰਨਗੇ। ਇਹ ਮਾਣ ਨੇ ਸਾਧ ਸੰਗਤ ਜੀ ਬਚਨ ਕੀਤਾ। ਉਸ ਵੇਲੇ ਫਿਰ ਸਤਿਕਾਰਯੋਗ ਮਾਤਾ ਗੰਗਾ ਜੀ ਸਾਹਿਬ ਜੀ ਨੇ ਕਿਹਾ, ਇਹ ਸਤਿਗੁਰੂ ਗਰੀਬ ਨਿਵਾਜ, ਇਹ ਮੇਰਾ ਪੇਕਾ ਘਰ ਹੈ। ਮਹਾਰਾਜ ਇਹ ਬਚਨ ਆਪਣਾ ਟਾਲੋ। ਮਹਾਰਾਜ ਕਹਿੰਦੇ, ਸਾਧ ਦੇ ਮੂੰਹ ਚੋਂ ਨਿਕਲਿਆ ਹੋਇਆ ਬਚਨ, ਹਾਥੀ ਦੇ ਮੂੰਹ ਚੋਂ ਨਿਕਲਿਆ ਦੰਦ, ਕਦੇ ਵਾਪਸ ਨਹੀਂ ਜਾਂਦੇ। ਇਹ ਬਚਨ ਸਤ। ਹਾਂ, ਤੁਹਾਡਾ ਨਗਰ ਹੈ, ਇਹ ਉੱਜੜ ਕੇ ਦੁਬਾਰਾ ਵਸ ਜਾਵੇਗਾ, ਪਰ ਵਸੇਗਾ ਜ਼ਰੂਰ। ਸਾਧ ਸੰਗਤ ਜੀ, ਉਹ ਮਾਊ ਪਿੰਡ ਦੁਬਾਰਾ ਵਸਿਆ। ਦੁਆਬੇ ਦੇ ਵਿੱਚ ਪੰਜਾਬ ਦੀ ਧਰਤੀ ਉੱਪਰ ਸਾਧ ਸੰਗਤ ਜੀ ਫਲੌਰ ਦੇ ਕੋਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਹ ਸਹੁਰੇ ਨਗਰ ਨੇ। ਵੱਡਾ ਭਾਰੀ ਮਹਾਰਾਜ ਦਾ ਮੇਲਾ ਲੱਗਦਾ, ਸਤਿਗੁਰਾਂ ਦਾ ਵਿਆਹ ਦਾ ਪੁਰਬ ਜਾਣ ਕੇ। ਹਜੂਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਜੀ ਨਾਂ ਨੇ ਉੱਥੇ ਬਹੁਤ ਵੱਡਾ ਦੀਵਾਨ ਹਾਲ ਵੀ ਬਣਾਇਆ ਹੋਇਆ। ਗੁਰੂ ਕੀ ਨਿਸ਼ਾਨੀ ਉੱਥੇ ਸੁਸ਼ੋਭਤ ਹੈ। ਮੇਰੇ ਕਹਿਣ ਤੋਂ ਭਾਵ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਅਸੀਂ ਸ਼ਾਂਤੀ ਦਾ ਸੋਮਾ, ਨਿਮਰਤਾ ਦੇ ਮੁਜੱਸਮੇ ਕਹਿੰਦੇ ਆ, ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ 1 ਨੰਬਰ ਦੇ ਘੋੜ ਸਵਾਰ ਸਨ ਤੇ ਆਪਣੇ ਹੱਥ ਵਿੱਚ ਨੇਜਾ ਤੇ ਬਰਛਾ ਰੱਖਿਆ ਕਰਦੇ ਸਨ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਕਥਾ ਤੇ ਸੁਣ ਹੀ ਰਹੇ ਆ। ਗੁਰੂ ਹਰਿ ਸਾਹਿਬ ਜੀ ਮਹਾਰਾਜ 2200 ਘੋੜ ਸਵਾਰ ਆਪਣੇ ਕੋਲ ਰੱਖਦੇ ਸਨ ਤੇ ਸ਼ਿਕਾਰ ਖੇਡਦੇ ਸਨ। ਇਸ ਪ੍ਰਕਾਰ ਗਰੀਬ ਨਿਵਾਜ ਮਹਾਰਾਜ ਜੀ ਦੇ ਘਰ ਵਿੱਚ ਸ਼ਬਦ ਔਰ ਸ਼ਸਤਰ ਦੀ ਮਹਿਮਾ ਇਹ ਅਖੰਡ ਹੈ। ਦੁਨੀਆ ਦੀ ਕੋਈ ਤਾਕਤ ਇਹਨੂੰ ਖੰਡ ਨਹੀਂ ਸਕਦੀ, ਇਹਨੂੰ ਤੋੜ ਨਹੀਂ ਸਕਦੀ। ਇਹਦਾ ਸੁਮੇਲ ਹੈ ਭਾਈ, ਆਦ ਕਾਲ ਤੋਂ ਸੁਮੇਲ ਹੈ। ਔਰ ਕਿਧਰੇ ਕਿਧਰੇ ਤੇ ਮਾਫ ਕਰਨਾ, ਸ਼ਸਤਰ ਨਾਲੋਂ, ਸ਼ਬਦ ਨਾਲੋਂ ਸ਼ਸਤਰ ਉੱਚਾ ਜੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਧਿਆਨ ਧਰੋ ਆਪਣੇ ਨੇਤਰਾਂ ਦੇ ਸਾਹਮਣੇ। ਅਕਾਲ ਤਖਤ ਸਾਹਿਬ ਜੀ ਦੇ ਸ਼ਸਤਰ ਉੱਪਰ ਪਏ ਨੇ ਸ਼ਸਤਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਥੱਲੇ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਥੱਲੇ ਦੇ, ਸ਼ਬਦ ਦਾ ਪ੍ਰਕਾਸ਼ ਥੱਲੇ ਤੇ ਸ਼ਸਤਰ ਦਾ ਉੱਤੇ ਜੇ। ਆਪਣੀ ਦ੍ਰਿਸ਼ਟੀ ਲੈ ਜਾਓ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਉੱਪਰ, ਜਿੱਥੇ ਗੁਰੂ ਪੰਥ ਹੋਲਾ ਮਹੱਲਾ ਮਨਾ ਰਿਹਾ। ਸ਼ਸਤਰ ਨੇ ਉੱਪਰ, ਸਤਿਗੁਰੂ ਜੀ ਮਹਾਰਾਜ ਦੇ ਸ਼ਸਤਰ ਔਰ ਮਹਾਰਾਜ ਦੀਆਂ ਨਾਗਨੀਆਂ, ਬੰਦੂਕਾਂ ਵੇਖ ਲਓ ਉੱਚੀ ਜਗ੍ਹਾ ਤੇ ਨੇ, ਤੇ ਪ੍ਰਕਾਸ਼ ਜੇ ਥੱਲੇ ਜਿੱਥੇ ਕੀਰਤਨ ਹੁੰਦਾ ਤਖਤ ਦੇ ਅੰਦਰ। ਆਪਣੀ ਦ੍ਰਿਸ਼ਟੀ ਉੱਥੇ ਲੈ ਜਾਓ। ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ, ਨਾਂਦੇੜ ਮਹਾਰਾਸ਼ਟਰਾ। ਸਾਧ ਸੰਗਤ ਜੀ ਉੱਥੇ ਵੀ ਸ਼ਸਤਰ ਉੱਚੇ ਨੇ, ਮਹਾਰਾਜ ਦੇ ਅੰਗੀਠੇ ਸਥਾਨ ਦੇ ਉੱਪਰ, ਸਿੰਘਾਸਣ ਸਥਾਨ ਦੇ ਉੱਪਰ ਤੇ ਸ਼ਬਦ ਥੱਲੇ। ਇਹ ਜਿਹੜਾ ਮਹਾਰਾਜ ਜੀ ਦਾ ਤਖਤ ਆ ਸਾਧ ਸੰਗਤ ਜੀ, ਇਹ ਤਖਤ ਵੀ ਆ ਤੇ ਇਹ ਹਰਮੰਦਰ ਵੀ ਹੈ। ਜਿਹੜਾ ਅੰਦਰਲਾ ਹਿੱਸਾ ਹੈ ਜਿੱਥੇ ਭਾਈ ਅਵਨਾਸ਼ ਸਿੰਘ ਜੀ ਗੁਰਮੁਖ ਚੌਰ ਕਰਦੇ ਨੇ, ਉਸ ਜਗ੍ਹਾ ਦਾ ਨਾਮ ਹਰੀ ਮੰਦਰ ਹੈ। ਤੇ ਜਿਹੜਾ ਉਰਲਾ ਹਿੱਸਾ ਹੈ ਸਾਧ ਸੰਗਤ ਜੀ, ਇਹ ਤਖਤ ਹੈ। ਇਹ ਪੀਰੀ ਅਤੇ ਮੀਰੀ ਦੀ ਸਾਧ ਸੰਗਤ ਜੀ ਨਿਸ਼ਾਨੀ ਹੈ, ਜਿਹੜਾ ਗਰੀਬ ਨਿਵਾਜ ਮਹਾਰਾਜ ਜੀ ਦਾ ਇਹ ਤਖਤ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅੰਦਰਲਾ ਹਿੱਸਾ ਜਿਹੜਾ ਕੁਝ ਉਂਗਲੀਆਂ, ਕੁਝ ਇੰਚ ਉਹ ਉੱਚਾ ਹੈ, ਕਿਉਂਕਿ ਉਹ ਹਰੀ ਮੰਦਰ ਹੈ, ਉਹ ਸਾਧ ਸੰਗਤ ਜੀ ਪੀਰੀ ਹੈ, ਉਹ ਸੰਤਤਵ ਹੈ। ਤੇ ਬਾਹਰਲਾ ਹਿੱਸਾ ਜਿਹੜਾ ਤਖਤ ਆ, ਜਿੱਥੋਂ ਆਦੇਸ਼ ਜਾਰੀ ਕੀਤੇ ਜਾਂਦੇ, ਸੰਦੇਸ਼ ਜਾਰੀ ਕੀਤੇ ਜਾਂਦੇ, ਕਿਸੇ ਨੂੰ ਸਨਮਾਨ ਦਿੱਤਾ ਜਾਂਦਾ ਜਾਂ ਕਿਸੇ ਦੋਸ਼ੀ ਗੁਨਾਹਗਾਰ ਨੂੰ ਤਨਖਾਹੀਆ ਕੀਤਾ ਜਾਂਦਾ, ਇਹ ਸਾਧ ਸੰਗਤ ਜੀ ਮਹਾਰਾਜ ਜੀ ਦਾ ਅਲੌਕਿਕ ਔਰ ਅਦੁੱਤੀ ਤਖਤ ਸਤਿਗੁਰਾਂ ਦਾ ਸਿੰਘਾਸਣ ਹੈ, ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਕਾਰਾਂ ਕਰਦੇ ਹਾਂ।
ਮਹਾਰਾਜ ਜੀ ਦੇ ਪਏ ਹੋਏ ਸ਼ਸਤਰਾਂ ਨੂੰ ਵੀ ਸਾਧ ਸੰਗਤ ਜੀ ਹੁਣ ਅਸੀਂ ਨਮਸਕਾਰਾਂ ਕਰ ਰਹੇ ਹਾਂ, ਦਰਸ਼ਨ ਪਾ ਰਹੇ ਹਾਂ। ਇਹ ਗੁਰੂ ਘਰ ਦੀ ਸੋ ਸਾਧ ਸੰਗਤ ਜੀ ਆਦਿ ਕਾਲ ਦੀ ਇਹ ਰੀਤੀ ਰਿਵਾਜ ਹੈ, ਆਦਿ ਕਾਲ ਦੀ ਮਰਜ਼ਾਦਾ ਹੈ। तो गरीब निवाज मान ने कौतक वर्ताया, उस वेले फूलन की माला पहरावें, चरचत चंदन को चित लावें, और चार चमर को गहे चुलावत, एम पूजत बहु चित हर खावत। इस तरह महाराज शस्त्रां दी पूजा करदे ते बड़े खुश ने अज महाराज, बड़ी प्रसन्नता दे घर विच हन, शस्त्रां दी पूजा करदे हन। आयुध तेगे बड़ चढ़ाए, और जेड़े तिखे तिखे तेगे ने उन्हां नूं सान उपर चढ़ाया कि होर भी धारां तिखियां होण, टच करदियां साथ तुड़कड़ियां दी धौन वढ के सिट देण। तरकस खपरे खर करवाए, और तरकश ते तिखे तिखे खपरे साध संगत जी तीर, तीर चलाउणा कोई खाला जी दा वाड़ा नहीं, और तीर खपड़ा 2 चप्पे चौड़ा। साध संगत जी कदी सुनिया जे भी तीर दे नाल किसे दी धौन वड्डी होवे? तीर दे नाल धौन वड्ड के रख दिंदे सी महाराज। एडे एडे चौड़े सतगुरु जी महाराज दे तीर ने। कदे जाओ ते जाके दर्शन पाउणा साध संगत जी। कवि संतोख सिंह साहब जी ने लिखिया जिवें उडना सप नहीं जांदा शूक दा, ऐदां जांदा सी जिहदी हिक दे विच वज गया ते ओह हिक नूं पाड़ के ते दूजे तीजे चौथे दी हिक नूं पाड़ के धरती 'च खुभ जांदा सी, लभ्या नहीं सी लगदा। तो इसे प्रकार महाराज जी दे खपरे खपरे तीर तिखे महाराज कढ़ाउंदे हन। धनुष कठोरन पंच चढ़ाई, तनोर जिहड़ा धनुष है बड़ा कठोर, ओहदे उपर मान ने तंदी चढ़वा लई है। कंचन लिपत तुपक अरचाई, और ओह बंदूकां ਜਿਹੜੀਆਂ सोने ਦੇ ਨਾਲ ਲਿਪਤ ਲਿਪੀਆਂ ਹੋਈਆਂ ਨੇ। ਸ਼ਸਤਰ ਜਿਹੜਾ ਸਾਧ ਸੰਗਤ ਜੀ ਸਿਰਫ ਮਜਬੂਰੀ ਨਹੀਂ, ਇਹ ਸਾਡਾ ਸ਼ੌਂਕ ਵੀ ਹੈ। ਵਧੀਆ ਤੋਂ ਵਧੀਆ ਚੰਗੇ ਤੋਂ ਚੰਗੇ ਸ਼ਸਤਰ ਜਿਹੜੇ ਨੇ ਸਿੰਘਾਂ ਨੂੰ ਸਾਧ ਸੰਗਤ ਜੀ ਸਜਾਉਣੇ ਚਾਹੀਦੇ। ਬੜੀ ਦੁਖਦਾਈ ਗੱਲ ਆ, ਅਸੀਂ ਬਸਤਰ ਇਤਿਆਦਿਕ ਲੈਣ ਵਿੱਚ ਤੇ ਬੜੇ ਸੁਚੇਤ, ਅਲਮਾਰੀਆਂ ਦੀਆਂ ਅਲਮਾਰੀਆਂ ਭਰੀਆਂ ਪਈਆਂ ਨੇ ਸਾਡੇ ਕੋਲ। ਦੁਹਾਈ ਰਾਮ ਕੀ ਸਾਡੇ ਕੋਲ ਕੋਈ ਸਿੰਘ ਹੋਵੇਗਾ ਜਿਹਦੇ ਕੋਲ ਮਹਾਰਾਜ ਦਾ ਬਾਣਾ ਹੋਵੇ। ਦਾਸ ਨੇ ਕੱਲ ਵੀ ਸਵੇਰੇ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਹੋਲੇ ਮਹੱਲੇ ਦੇ ਦਿਹਾੜੇ ਉੱਪਰ ਹਰੇਕ ਸਿੰਘ ਨੂੰ ਇੱਕ ਨਾ ਇੱਕ ਜ਼ਰੂਰ ਬਾਣਾ ਸਜਾ ਕੇ ਰੱਖਣਾ ਚਾਹੀਦਾ। ਹਜੂਰ ਸਾਹਿਬ ਜੀ ਦਾ ਕੋਈ ਐਸਾ ਸਿੰਘ ਤੁਹਾਨੂੰ ਲੱਭਿਆ ਨਹੀਂ ਲੱਭਣਾ ਜਿਹਦੇ ਕੋਲ ਚੋਲਾ ਨਾ ਹੋਵੇ। ਔਰ ਵਿਦੇਸ਼ਾਂ ਦੇ ਵਿੱਚ ਸਾਧ ਸੰਗਤ ਜੀ ਇਹ ਬੜਾ ਸੋਹਣਾ ਰਿਵਾਜ ਆ, ਜਦੋਂ ਲੋਕ ਫਰੀ ਹੋ ਕੇ ਐਤਵਾਰ ਗੁਰੂ ਘਰੇ ਜਾਂਦੇ, ਮਹੱਲੇ ਤੇ ਚੜ੍ਹਦੇ, ਨਗਰ ਕੀਰਤਨ ਤੇ ਜਾਂਦੇ, ਹਰੇਕ ਸਿੰਘ ਨੇ ਸਾਧ ਸੰਗਤ ਜੀ ਚੋਲਾ ਸਜਾਇਆ ਹੁੰਦਾ। ਇਹਦੇ 'ਚ ਕਾਹਦੀ ਸੰਗ ਸ਼ਰਮ ਆ ਜੀ ਸਾਨੂੰ? ਇਹ ਸਾਡਾ ਬਾਣਾ ਹੈ, ਪੈਂਟ ਤੇ ਅਸੀਂ ਮਜਬੂਰੀ ਦੇ ਮਾਰੇ ਪਾਉਂਦੇ ਆ, ਇਹ ਸਾਡਾ ਕੋਈ ਬਾਣਾ ਥੋੜਾ। ਜਦੋਂ ਅਸੀਂ ਅੰਮ੍ਰਿਤ ਛਕਿਆ ਸੀ ਕੋਈ ਪੈਂਟ 'ਚ ਥੋੜਾ ਨਾ ਛਕ ਲਿਆ ਸੀ, ਕੋਈ ਪਜਾਮੇ 'ਚ ਥੋੜਾ ਨਾ ਛਕ ਲਿਆ ਸੀਗਾ। ਸਾਧ ਸੰਗਤ ਜੀ ਅਸੀਂ ਬਾਣੇ 'ਚ ਹੀ ਛਕਿਆ ਸੀ। ਉਹ ਗੱਲ ਬਾਅਦ ਦੀ ਹੈ ਕਿ ਅਸੀਂ ਬਾਅਦ ਵਿੱਚ ਬਾਣਾ ਸਜਾਇਆ ਨਹੀਂ, ਚਲੋ ਸਮਾਜ ਵਿੱਚ ਰਹਿੰਦੇ ਆ, ਗੱਲ ਬਾਅਦ ਦੀ ਆ। ਅੰਮ੍ਰਿਤਸਰ ਸਾਹਿਬ ਦੇ ਬਹੁਤ ਸਾਰੇ ਸਿੰਘ ਨੇ ਜਿਨ੍ਹਾਂ ਨੇ ਸਾਧ ਸੰਗਤ ਜੀ ਬਾਣੇ ਸਜਾਏ ਹੋਏ, ਕਿਉਂਕਿ ਉੱਥੇ ਜਿੰਨੇ ਅੰਮ੍ਰਿਤ ਵੇਲੇ ਜਾਣਾ, ਸੇਵਾ ਦੀ ਹਾਜ਼ਰੀ ਭਰਨੀ ਹੈ, ਉਹਨੂੰ ਬਾਣਾ ਸਜਾ ਕੇ ਹੀ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਜਾਣਾ ਪੈਣਾ ਨਾ। ਇਸ ਪ੍ਰਕਾਰ ਹਰੇਕ ਸਿੰਘ ਨੂੰ ਬਾਣਾ ਸਜਾ ਕੇ ਰੱਖਣਾ ਚਾਹੀਦਾ। ਚਲੋ ਸੰਗ ਆਉਂਦੀ ਘਰੇ ਸਜਾਓ। ਇਸ ਬਾਣੇ ਵਿੱਚੋਂ ਮਹਾਰਾਜ ਨੇ ਸਾਧ ਸੰਗਤ ਜੀ ਗੁਰੂ ਕੇ ਸਾਹਿਬਜ਼ਾਦਿਆਂ ਦੇ ਦਰਸ਼ਨ ਪਾਉਣੇ ਆ। ਗੁਰੂ ਕੇ ਸਾਹਿਬਜ਼ਾਦਿਆਂ ਦੇ ਮੰਨ ਕੇ 4 ਵਜੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਜੇ 4 ਮਰ ਗਏ ਤੇ ਕੀ ਹੋਇਆ? ਇਹ ਹਜ਼ਾਰਾਂ ਪੁੱਤ ਮੇਰੇ ਜਿੰਦੇ ਨੇ। ਤੇ ਸਾਧ ਸੰਗਤ ਜੀ ਆਪਾਂ ਮਨ ਕਰਕੇ ਗੁਰੂ ਕੇ ਸਾਹਿਬਜ਼ਾਦਿਆਂ ਵਰਗੇ ਨਹੀਂ ਬਣ ਸਕਦੇ, ਘੱਟੋ ਘੱਟ ਤਨ ਕਰਕੇ ਤੇ ਮਹਾਰਾਜ ਦੇ ਸਾਹਿਬਜ਼ਾਦਿਆਂ ਵਰਗੇ ਬਣੀਏ ਨਾ। ਸਰੀਰ ਤੇ ਬਾਣਾ ਤੇ ਸਜਾਇਆ ਹੋਵੇ ਨਾ। ਬਾਣਾ ਜਿਹੜਾ ਸਾਧ ਸੰਗਤ ਜੀ ਸ਼ਰਮ ਸੰਗ ਆ, ਸ਼ਰਮ ਸੰਗ। ਮੈਂ ਆਪਣੇ ਜੀਵਨ ਦੀਆਂ ਘਟਨਾਵਾਂ ਸੁਣਾਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪਰ ਇੱਕ ਛੋਟੀ ਜੀ ਚੇਤੇ ਆ ਰਹੀ, ਵਾਹਿਗੁਰੂ ਜਾਣੇ ਕਿਉਂ। 2000 ਸਾਧ ਸੰਗਤ ਜੀ 7 ਵਿੱਚ ਮੈਂ 8ਵੀਂ ਜਮਾਤ ਪਾਸ ਕੀਤੀ। 8ਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ 14 ਕੁ ਸਾਲਾਂ ਦਾ ਸੀਗਾ। ਤੇ ਇੱਕ ਵਾਰੀ ਅਸੀਂ ਬਾਣਾ ਪਾ ਕੇ ਹੀ ਸਕੂਲ ਵਿੱਚ ਪੜ੍ਹੇ, ਚੋਲਾ ਪਾ ਕੇ ਹੀ। ਮਨ ਵਿੱਚ ਖਿਆਲ ਆ ਗਿਆ ਸੀਗਾ ਵੀ ਮੈਂ ਵੀ ਪੈਂਟ ਪਾਵਾਂ। ਤੇ ਬਹਾਨਾ ਇਹ ਝੂਠ ਸੀ ਮੇਰੇ ਅੰਦਰ ਦਾ, ਬੇਈਮਾਨੀ ਸੀ ਮੇਰੇ ਅੰਦਰ ਦੀ ਕਿ ਮੈਂ ਸੋ ਉਹ ਜਿਵੇਂ ਡੈਕਸ ਉੱਪਰ ਬੱਚਿਆਂ ਨੂੰ ਬਿਠਾਇਆ ਜਾਂਦਾ ਹੈ, ਮੈਂ ਡੈਕਸ ਉੱਪਰ ਬੈਠਾ। ਤੇ ਜੋ ਸਾਡੇ ਟੀਚਰ ਸਨ ਰੱਬ ਦੇ ਪਿਆਰੇ, ਹਿੰਦੀ ਪੜ੍ਹਾਉਂਦੇ ਸੀਗੇ, ਉਹਨਾਂ ਨੇ ਮੈਨੂੰ ਇਸ ਤਰ੍ਹਾਂ ਕਿਹਾ ਵੀ ਬਾਬਾ ਇਹ ਆਪਣਾ ਚੋਲਾ ਸੰਕੋਚ, ਤੇਰੇ ਪੈਰ ਤੇਰੀਆਂ ਲੱਤਾਂ ਦਿਖਦੀਆਂ ਨੇ, ਵੀ ਬੱਚੇ ਵੀ ਹੈਗੇ ਬੱਚੀਆਂ ਵੀ ਹੈਗੀਆਂ ਨੇ, ਤੇ ਆਪਣੇ ਚੋਲੇ ਨੂੰ ਸੰਕੋਚ। ਮੈਂ ਉਸ ਗੱਲ ਨੂੰ ਬਹਾਨਾ ਬਣਾ ਕੇ ਘਰੇ ਜਾ ਕੇ ਦੱਸ ਦਿੱਤਾ। ਸੋ ਪਿਤਾ ਜੀ ਨਾਲ ਨੂੰ, ਪਰਿਵਾਰ ਨੂੰ ਵੀ ਇਸ ਤਰ੍ਹਾਂ ਮੈਨੂੰ ਚੋਲਾ ਪਾਉਣ ਤੋਂ ਰੋਕਿਆ। ਬੋਲਿਆ ਮੈਂ ਝੂਠ ਸੀ, ਅੱਧਾ ਸੱਚ ਸੀ, ਅੱਧਾ ਮੈਂ ਆਪਣੇ ਕੋਲੋਂ ਲਾ ਲਿਆ ਝੂਠ। ਤੋ ਟਕਸਾਲ ਦੇ ਸਿੰਘ ਸਨ, ਹੋਰ ਵੀ ਗੁਰਮੁਖ ਸਾਰੇ ਚਲੇ ਗਏ।
मैं नेत्रां दे नाल तकिया ते डर गया, घबरा गया, क्योंकि बेईमानी सी मन विच। मेरे मन विच भी वलवला सीगा कि मैं भी पैंटा पा के जावां, चोला पाया होया ते सारे बाबा बाबा कहंदे आ, मजाक जिहा करदे आ इस तरह। उस वेले फिर प्रिंसीपल साहब ने बुला लिया, सारी गल आमने सामने हो गई। मैडम जी नूं भी बुला लिया जो साडे टीचर सन, उन्होंने बिल्कुल सच बोलिया जी भी मैं तो इन्नी क गल कही है, उत्थे मैं झूठा पिया क्योंकि मैं झूठा सीगा जी। उस वेले घरे गए, शायद 1700 रुपया सी घर विच, ते दे के कहन लगे पिता जी भी आ लै, तैनूं पता चोले नूं 5 मीटर कपड़ा लगे, सवाई वखरी, सारा कुछ, ते पेंटां ते सस्तियां जिथों मर्दी 100-200 400 दी 500 दी भी आ जांदी। असीं ते तैनूं तां चोला पाउण नूं कहंदे सीगे भी चल तूं कथा करदा, सो अगे जवानी आउणी, जे मन विच मैल भी आवे ते फिर सो ਸਿੰਘ ਨੂੰ शर्म आ जांदी कि मैं चोला पाया होया, श्री साहब उत्तों दी पाई है, मैं की करदा चंगा लगदा। असीं ते तां कहंदे सी जा पाला जाके पेंटा जे तेरी इच्छा। ते साध संगत जी वो दिन गया, अज दा दिन आया, कदी शरीर नूं सुहा के नहीं वेखी है। तो इसे प्रकार ये जिहड़ा बाणा ना साध संगत जी, जिवें किसी कूकर दे कुत्ते दे वो पिया होवे, पटा पिया होवे, उन्होंने कोई इट वट्टा नहीं मारदा, इहदा कोई खसम हैगा, इहदा कोई मालक हैगा, इहदा कोई सिर दा साईं हैगा। जिहड़े अवारा तुरे फिरदे ने, जिहड़ा मर्जी उन्हां नूं साध संगत जी इट वट्टा मारदा। ये गुरु का बाणा साडी सरमत ते साडी संग है। साध संगत जी सानू ये गरीब नवाज महाराज जी ने समझ लो गल विच एक हम कूकर तेरे दरबार, कबीर कूकर राम को मुतिया मेरो नाओ, गले हमारे जेवरी पाई हुई है, जिहड़ी साध संगत जी सानू प्रेरदी है। ये बाणा पाउण विच कोई संग ते शर्म नहीं सानू करनी चाहिदी। असी बाणे वाल निंदिया ते करदे आ भी बाणे वाले आ करदे, जे भाई तेरा जीवन उच्चा तू सगों पा बाणा, उतों भी खुला बाणा वा, नाले तेरे तेरे जीवन करके प्रचार होवेगा, तू कली निंदिया ही क्यों करदा, तू भी बाणा सजा। हरेक सिंह नूं साध संगत जी बाणा सजाउणा चाहिए, घट्टो घट्ट गुरु घर विच आउण वेले, ते सानू ते कोई मनाई नहीं है ना। तो इसे प्रकार उपर दी बाणे सजाउणे चाहिए ने। ये गरीब नवाज महाराज जी दियां नियामतां ने, गुरु कीआं बख्शिशां ने। बाणा ये सारा सत्कार बाणे दा ही आ, शरीरां नूं कोई नहीं पुछदा। इत्थे कासे वाले महापुरखां दे विच कोई कुड़ती नूं पैर ला दवे ना, ते कहंदे 40 दिन तैं सेवा करनी है, तू कुड़ती नूं बाणे नूं पैर लाए, कहंदे सानू कौन पुछदा। ये कुड़ती दा सत्कार है, बाणे दा सत्कार है। साध संगत जी ये गरीब नवाज महाराज जी दियां नियामतां ने, गुरु कीआं बख्शिशां ने। तो इसे प्रकार गरीब नवाज महाराज हुण शस्त्र और वस्त्र अपने ਸਿੰਘਾਂ ਨੂੰ ਵੰਡਦੇ ਤਿਆਰੀ ਕਰਦੇ ਹਨ। हित सतगुर अस खेल रचायो, इधर मान ने ऐसी खेड रचाई हुई है, ਤਿਆਰੀ ਕਰਨ ਜੰਗ ਮਨ ਪਾਇਓ। उस वेले जंग दी तैयारी करनी महाराज नूं भाई है। उत दमोदरी सगरी त्यारी, उधर माता दमोदरी जी साहब ਵਿਆਹ ਦੀ ਤਿਆਰੀ ਕਰਦੇ ਹਨ। करत ब्याह की सोज सुधारी, और ਵਿਆਹ ਦੀ ਤਿਆਰੀ ਕਰਦੇ ਸਾਰਾ ਸਾਜੋ ਸਮਾਨ ਇਕੱਠਾ ਕੀਤਾ। देनी दात अदक करवाई, और जो वस्तुआं इत्यादक देनियां हन वो भी तैयारी कीती है। रुचर पे भूखन को करवाई, बड़े बड़े सोने वस्त्र इत्यादक तैयार कीते हन। वस्त्र सिवा बन लागे बृंद, और बहुत सारे ऐसे प्रकार दर्जी इत्यादक लगा के उन्हां दे कोलों वस्त्र तैयार करन लगे। इत्यादक सब की न बिलंद, इत्यादक सारी तैयारी हो रही है। दोहरा इस बिद सतगुर कुछ थिरे, पुन भोजन कर खान। इस तरह महाराज कुछ समा बैठे रहे, फिर मान ने प्रसादा छके, अगली कथा हो गई शुरू। ओडे बोर प्रियंक पर ढरियो दुपहरे जान, दोपहर ढली जान के महाराज पलंग दे ऊपर विराजमान होए हन। चौपई जल पान करे हर खाए, दोपहर के समय तो बाद महाराज जागे ने ते शरदाई छकी है गरीब नवाज जी ने। और सुचेता सकल बना, फिर मान ने सुचेताई कीती, त्यार बर त्यार होन लगे हन। कर पद बदन पखारन कीना, और शाम दे समय मान ने 5 स्नानां कीतियां हन। तेरे तखत पर दर्शन दीना, फिर महाराज तखत ऊपर बैठ के अज वखरी शोभा है सतगुरां दी, अज जंग मचेगा। उत्सव होत ब्याह को पारो, इधर एक पासे जंग दियां तैयारियां, दूसरे पासे ब्याह दी खुशी है। गण समाज को कर कर त्यारो, और सारा साजो समान जेड़ा तैयार
ਤਿਆਰ ਬਰ ਤਿਆਰ ਹੋ ਰਿਹਾ। ਰਾਖੈ ਸਦਨ ਬਨਾਏ ਕਨੇਰੇ। ਔਰ ਇਸੇ ਪ੍ਰਕਾਰ ਘਰ ਦੇ ਵਿੱਚ ਭੋਜਨ ਪਕਵਾਨ ਇਤਿਆਦਿਕ ਤਿਆਰ ਕਰਕੇ ਰੱਖਦੇ ਹਨ। ਜਾਣੈ ਆਏ ਬਰਾਤ ਸਵੇਰੇ। ਇਹ ਜਾਣਦੇ ਨੇ ਕਿ ਸਵੇਰੇ ਬਰਾਤ ਆਵੇਗੀ। ਗੁਰ ਕੀਰਤ ਇੱਕ ਗੁਰ ਹੀ ਜਾਣੈ। ਔਰ ਗੁਰੂ ਦੀ ਗਤ ਨੂੰ ਤਾਂ ਗੁਰੂ ਹੀ ਜਾਣਦਾ ਹੈ ਭਾਈ। ਅਪਰ ਨਹੀਂ ਕੋ ਹਿਰਦੈ ਪਛਾਨੈ। ਹੋਰ ਕੋਈ ਇਸ ਗੱਲ ਨੂੰ ਨਹੀਂ ਜਾਣ ਸਕਦਾ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਰਤਾ ਜਾਂ ਗੁਰੂ ਸੂਰਮਾ ਹੀ ਜਾਣਦਾ ਹੈ। ਆਏ ਮਲੇਛ ਸੰਭਾਰਨ ਕਰੈ। ਮਹਾਰਾਜ ਇਹ ਜਾਣਦੇ ਨੇ ਕਿ ਜਿਹੜੀਆਂ ਵਸਤੂਆਂ ਸੰਭਾਲੀਆਂ ਹੋਈਆਂ ਨੇ ਉਹ ਮਲੇਸ਼ ਆਣ ਕੇ ਮਲ ਲੈਣਗੇ। ਇਹ ਗਤ ਕਿਸੈ ਨ ਜਾਣੀ ਪਰੈ। ਇਹ ਗੱਲ ਸਤਿਗੁਰੂ ਜੀ ਮਹਾਰਾਜ ਤੋਂ ਬਿਨਾਂ ਕੋਈ ਨਹੀਂ ਜਾਣਦਾ ਹੈ। ਲਗਿਓ ਦੀਵਾਨ ਸੋ ਤਖਤ ਅਗਾਰੀ। ਉਸ ਵੇਲੇ ਤਖਤ ਦੇ ਅੱਗੇ ਦੀਵਾਨ ਸਜਿਆ ਹੋਇਆ। ਗਾਵੈ ਸ਼ਬਦ ਰਾਗ ਤੁਨ ਭਾਰੀ। ਔਰ ਸਾਰੇ ਸ਼ਬਦ ਗਾਉਂਦੇ ਨੇ ਉੱਚੀਆਂ ਧੁਨਾਂ ਦੇ ਵਿੱਚ। ਸ਼ਾਸਤਰ ਸਜੇ ਜੋਧਾ ਸਬਦਾਨ। ਔਰ ਜੋ ਸੂਰਮੇ ਸ਼ਸਤਰ ਵਸਤਰ ਸਜਾਏ ਹੋਏ ਹਨ ਤਿਆਰ ਬਰ ਤਿਆਰ। ਆਨ ਆਨ ਬੈਠੇ ਬਲਵਾਨ। ਆਣ ਆਣ ਕੇ ਮਹਾਰਾਜ ਦੇ ਚਫੇਰੇ ਬੈਠ ਗਏ ਹਨ ਸੂਰਮੇ ਜੁਝਾਰੂ ਮਰ ਜੀਵੜੇ। ਸੋਦਰ ਸੰਧਿਆ ਲਗਤ ਹੈ ਵੈਸੇ। ਕਹਿੰਦੇ ਇਸ ਪ੍ਰਕਾਰ ਸੋਦਰ ਸੰਧਿਆ ਤੱਕ ਬੈਠੇ ਹੋਏ ਹਨ। ਪਾਇਓ ਭੋਗ ਨਮੋ ਕੀਏ ਤੈਸੇ। ਔਰ ਉਸ ਵੇਲੇ ਭੋਗ ਪਿਆ ਨਮਸਕਾਰ ਕੀਤੀ ਹੈ ਸਾਰਿਆਂ ਨੇ। ਸਤਿਗੁਰ ਮੰਦਰ ਵਿਖੇ ਪਧਾਰੇ। ਔਰ ਸਤਿਗੁਰੂ ਜੀ ਮਹਾਰਾਜ ਗੁਰੂ ਕੇ ਮਹਿਲਾਂ ਵਿੱਚ ਗਏ ਹਨ। ਨਿਜ ਨਿਜ ਥਲ ਤਬ ਸੁਬੜ ਸਿਧਾਰੇ। ਸੂਰਮੇ ਜਿਹੜੇ ਨੇ ਉਹ ਆਪੋ ਆਪਣੇ ਥਾਵਾਂ ਤੇ ਤਿਆਰ ਬਰ ਤਿਆਰ ਹੋ ਕੇ ਸੁਚੇਤ ਹੋ ਗਏ ਹਨ। ਖਾਨ ਪਾਨ ਕਰ ਕੈ ਗਣ ਸੋਏ। ਉਸ ਵੇਲੇ ਉਹ ਰਾਤ ਸੂਰਮਿਆਂ ਨੇ ਬੜੀ ਸੁਚੇਤੀ ਵਿੱਚ ਪ੍ਰਸਾਦ ਪਾਣੀ ਛਕ ਕੇ ਆਰਾਮ ਕੀਤਾ ਹੈ। ਕੇਤਕ ਰਾਤ ਬੀਤੀ ਜਬ ਜੋਏ। ਜਿਸ ਵੇਲੇ ਕੁਝ ਕੁ ਰਾਤ ਬਤੀਤ ਹੋਈ ਹੈ। ਲਵਪੁਰ ਤੇ ਸਿੱਖਨ ਅਰਦਾਸ। ਉਸ ਵੇਲੇ ਲਾਹੌਰ ਸ਼ਹਿਰ ਤੋਂ ਜੋ ਸਿੱਖਾਂ ਦੀ ਅਰਦਾਸ ਹੈ ਆਏ ਪਹੁੰਚੀ ਸਤਿਗੁਰ ਪਾਸ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਪਾਸ ਆ ਪਹੁੰਚੀ ਹੈ। ਦਵਾਰਪਾਲ ਸੋ ਬਾਕ ਬਖਾਨੇ। ਉਸ ਵੇਲੇ ਜਿਹੜਾ ਦਵਾਰਪਾਲ ਸੀ ਪਹਿਰੇਦਾਰ ਉਹਦੇ ਤਾਈਂ ਬਚਨ ਕਹੇ। ਅਬ ਹੀ ਚਾਹੋ ਗੁਰੂ ਢਿਗ ਜਾਣੇ। ਕਿਆ ਮੈਂ ਹੁਣੇ ਹੀ ਮਹਾਰਾਜ ਜੀ ਦੇ ਪਾਸ ਜਾਣਾ ਚਾਹੁੰਦਾ ਹਾਂ। ਹੈ ਜ਼ਰੂਰ ਕੋ ਕਾਮ ਵਿਸਾਲਾ। ਬਹੁਤ ਜ਼ਿਆਦਾ ਜ਼ਰੂਰੀ ਰਜੇਵਾਂ ਹੈ ਕੰਮ ਹੈ। ਦੇਰ ਨਾ ਕਰੋ ਜਾਹੋ ਦਰ ਹਾਲਾ। ਹੁਣ ਦੇਰੀ ਨਾ ਕਰੋ ਬੜੀ ਛੇਤੀ ਨਾਲ ਸਤਿਗੁਰੂ ਜੀ ਮਹਾਰਾਜ ਜੀ ਦੇ ਪਾਸ ਜਾਵੋ। ਜਿਮ ਮੋ ਕੋ ਤੁਮ ਆਇਓ ਜਾਨਾ। ਔਰ ਕਿਹਾ ਕਿ ਜਿਵੇਂ ਮੈਂ ਆਇਆ ਨਾ ਤੁਹਾਡੇ ਕੋਲ ਅੱਧੀ ਰਾਤ ਬੜੀ ਜਲਦੀ ਦੇ ਨਾਲ। ਤਿਮ ਆਇਓ ਦਲ ਸਾਹੋ ਮਹਾਨਾ। ਕਹਿੰਦੇ ਬਸ ਇਸ ਤਰ੍ਹਾਂ ਜਾਣੋ ਕਿ ਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਦਾ ਵੀ ਦਲ ਮੇਰੇ ਮਗਰ ਆਇਆ ਲਓ। ਦਵਾਰਪਾਲ ਨੇ ਜਾਏ ਸੁਣਾਈ। ਉਸ ਵੇਲੇ ਪਹਿਰੇਦਾਰ ਨੇ ਜਾ ਕੇ ਬਚਨ ਸੁਣਾਇਆ। ਲਵਪੁਰ ਤੇ ਪਾਤੀ ਅਬ ਆਈ। ਮਹਾਰਾਜ ਲਾਹੌਰ ਸ਼ਹਿਰ ਤੋਂ ਇੱਕ ਪੱਤਰਕਾਈ ਚਿੱਠੀ ਆਈ ਹੈ। ਕਹੈ ਸੋ ਬੜ ਸੈਨਾ ਚੜ ਆਈ। ਉਹ ਇਹ ਗੱਲ ਕਹਿੰਦੇ ਨੇ ਕਿ ਵੱਡੀ ਗਿਣਤੀ ਵਿੱਚ ਫੌਜ ਚੜ ਕੇ ਆ ਗਈ ਹੈ। ਮਿਲਿਓ ਚਹਿਰਾ ਵਰ ਕੇ ਤਾਈ। ਮਹਾਰਾਜ ਸਿੱਖ ਜਿਹੜਾ ਹੈ ਤੁਹਾਡੇ ਤਾਈਂ ਮਿਲਿਆ ਚਾਹੁੰਦਾ ਹੈ। ਸੁਨ ਸਤਿਗੁਰ ਤਤਕਾਲ ਬੁਲਾਵਾ। ਸੁਣ ਕਰਕੇ ਸਤਿਗੁਰੂ ਜੀ ਮਹਾਨ ਨੇ ਛੇਤੀ ਨਾਲ ਬੁਲਾਇਆ ਉਸ ਨੂੰ। ਅੰਤਰ ਵਰ ਕਰ ਸੀਸ ਨਿਵਾਇਆ। ਉਸ ਸਿੱਖ ਨੇ ਅੰਦਰ ਵੜ ਕੇ ਨਮਸਕਾਰ ਕੀਤੀ ਹੈ। ਘਰ ਦੀਨੀ ਅਰਦਾਸ ਅਗਾਰੀ। ਤੇ ਜਿਹੜੀ ਸਿੱਖ ਦੀ ਲਿਖਤੀ ਅਰਦਾਸ ਸੀ ਸੰਗਤ ਦੀ ਉਹ ਮਹਾਰਾਜ ਦੇ ਅੱਗੇ ਧਰੀ ਹੈ। ਪੜ ਬਿਰਤਾਂਤ ਸਭ ਕੀਨ ਸਤਿਆਰੀ। ਤੇ ਗਰੀਬ ਨਿਵਾਜ ਮਹਾਰਾਜ ਜੀ ਨੇ ਪੜ ਕੇ ਤਿਆਰੀ ਕੀਤੀ ਹੈ। ਪਟੇ ਲੋਹ ਗੜ ਕੇ ਤਕ ਜੋਧਾ। ਉਸ ਵੇਲੇ ਕੁਝ ਕਸੂਰਮੇ ਹੋਰ ਲੋਹਗੜ ਭੇਜੇ ਹਨ। ਰੋਗੋ ਪ੍ਰਥਮ ਹਤ ਹੋ ਰਿਪ ਤੇ ਕਰੋਧਾ। ਮਹਾਰਾਜ ਕਹਿੰਦੇ ਹੁਣ ਜੰਗ ਛਿੜ ਗਈ ਹੈ। ਜੇ ਉਧਰ ਮੁਗਲ ਆਉਣ ਤੇ ਸਭ ਤੋਂ ਪਹਿਲਾਂ ਪਿੱਛੇ ਉਹਨਾਂ ਨੂੰ ਰੋਕ ਕੇ ਰੱਖਣਾ ਹੈ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਖਰਾਬੀ ਨਾ ਹੋਵੇ। ਹੁਣ ਲਵਪੁਰ ਕੇ ਸਿੱਖ ਕੋ ਬੂਜਾ। ਉਸ ਵੇਲੇ ਲਾਹੌਰ ਦਾ ਜਿਹੜਾ ਸਿੱਖ ਸੀ ਉਹਦੇ ਤਾਈਂ ਮਹਾਰਾਜ ਨੇ ਪੁੱਛਿਆ ਕਿਤ ਲਸ ਕਰ ਤਬ ਆਵਤ ਸੂਜਾ। ਔਰ ਕਿਹਾ ਕਿ ਕਿਸ ਪਾਸਿਓਂ ਕਿੰਨਾ ਕੁ ਲਸ਼ਕਰ ਆਉਂਦਾ ਸੀ ਦੱਸ ਭਾਈ। ਹੁਣ ਤੇਰਾ ਹੱਥ ਜੋੜ ਕਰ ਕਹਿਓ। ਸੁਣ ਕਰਕੇ ਉਹ ਸਿੱਖ ਨੇ ਹੱਥ ਜੋੜ ਕੇ ਕਹਿਆ ਸੰਗ ਸੈਨ ਕੇ ਮੈਂ ਮਗ ਲਹਿਓ। ਮਹਾਰਾਜ ਜਦੋਂ ਸੈਨਾ ਚੱਲੀ ਸੀ ਉਦੋਂ ਮੈਂ ਵੀ ਮਹਾਰਾਜ ਨਾਲ ਹੀ ਚੱਲ ਪਿਆ। ਧਰੇ ਦੁਪਹਿਰੇ ਤਹ ਤੇ ਚਲੇ। ਔਰ ਕਿਹਾ ਕਿ ਦੁਪਹਿਰ ਜਦੋਂ ਢਲੀ ਸੀ ਸ਼ਾਮ ਹੋਈ ਸੀ ਉਦੋਂ ਫੌਜ ਅਤੇ ਮੈਂ ਚੱਲਿਆ ਸੀ। ਕਈ ਹਜ਼ਾਰ ਸੁਪਟ ਕਲ ਮਲੇ। ਤੇ ਮਹਾਰਾਜ ਕਈ ਹਜ਼ਾਰ ਸੂਰਮੇ ਨੇ। ਕੁਰਬਲ ਕੁਰਬਲ ਦੀ ਆਵਾਜ਼ ਆਉਂਦੀ ਘੋੜਿਆਂ ਦੀਆਂ ਪੌੜਾਂ ਦੇ ਨਾਲ ਅਸਮਾਨ ਟਕਿਆ ਹੋਇਆ ਹੈ। ਦਿਨ ਕੋ ਮਗ ਮੈਂ ਲਾਗੀ ਦੇਰਾ। ਮਹਾਰਾਜ ਉਹਨਾਂ ਦੇ ਨਾਲ ਕਾਫਲਾ ਤੋਪਾਂ ਬੰਦੂਕਾਂ ਰਹਿਕਲੇ ਸ਼ਸਤਰ ਸਨ। ਹੌਲੀ ਹੌਲੀ ਆਉਂਦੇ ਸਨ ਔਰ ਮਹਾਰਾਜ ਮੈਂ ਖਬਰ ਪਹੁੰਚਾਉਣੀ ਸੀ
ਇਸ ਕਰਕੇ ਮੈਂ ਬੜੀ ਜਲਦੀ ਨਾਲ ਆ ਗਿਆ, ਉਹਨਾਂ ਨੂੰ ਸਮਾਂ ਲੱਗਿਆ। ਮੈਂ ਆਇਓ ਕਰ ਬੇਗ ਬਡੇਰਾ, ਮੈਂ ਤੇ ਬੜੀ ਜਲਦੀ ਨਾਲ ਆਇਆ ਹਾਂ ਕਾਰਜ ਜਾਣ ਕੇ। ਸਹੋ ਸੈਨ ਪੀ ਆਈ ਜਾਨੋ। ਮਹਾਰਾਜ ਹੁਣ ਬਹੁਤਾ ਸਮਾਂ ਨਹੀਂ, ਕੁਝ ਪਲਾਂ ਵਿੱਚ ਹੀ ਬਾਦਸ਼ਾਹ ਦੀ ਫੌਜ ਆ ਜਾਵੇਗੀ। ਡਿੜਹੂ ਜੈ ਗੁਰ ਬਿਲਮ ਨ ਠਾਨੋ। ਇਸ ਕਰਕੇ ਮਹਾਰਾਜ ਹੁਣ ਸਿੱਖਾਂ ਨੂੰ ਕਹੋ ਤਗੜੇ ਹੋ ਜਾਣ, ਹੁਣ ਦੇਰੀ ਨਹੀਂ ਹੈ। ਖੁਸ਼ੀ ਕਰੀ ਸਿੱਖ ਪਰ ਤਿਸ ਕਾਲ। ਉਸ ਵੇਲੇ ਮਹਾਰਾਜ ਉਹ ਸਿੱਖ ਦੇ ਉੱਪਰ ਬਹੁਤ ਪ੍ਰਸੰਨ ਹੋਏ। ਕਿਰਪਾ ਦ੍ਰਿਸ਼ਟ ਤਾਂ ਕਰਿਓ ਨਿਹਾਲ। ਇਹ ਕਹਿਆ ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਰਾਜ ਜੀ ਨੇ ਨਿਹਾਲ ਕੀਤਾ। ਬੋਹਰ ਲੋਹਗੜ ਤੇ ਸਿੱਖ ਆਇਓ। ਇੰਨੇ ਸਮੇਂ ਨੂੰ ਲੋਹਗੜ ਦੇ ਕਿਲੇ ਵਿੱਚੋਂ ਵੀ ਸਿੱਖ ਆ ਗਿਆ। ਉਤਲਾਵਤ ਨੇ ਬਾਕ ਸੁਣਾਇਓ। ਉਹਨੇ ਬੜੀ ਜਲਦੀ ਹੋਈ ਆਉਂਦਿਆਂ ਮਹਾਰਾਜ ਨੂੰ ਬੇਨਤੀ ਕੀਤੀ ਹੈ। ਕਿਰਪਾ ਸਿੰਧ ਲਸਕਰ ਬੜ ਆਵਾ। ਮਹਾਰਾਜ ਬਹੁਤ ਵੱਡੀ ਗਿਣਤੀ ਵਿੱਚ ਲਸ਼ਕਰ ਫੌਜ ਦੇ ਸਮੂਹ ਨੂੰ ਕਹਿੰਦੇ ਹਾਂ, ਲਸ਼ਕਰ ਆ ਗਿਆ ਹੈ ਮਹਾਰਾਜ। ਕਲ ਬਲਾਟ ਹਮਨੇ ਸੁਣ ਪਾਵਾ। ਮਹਾਰਾਜ ਬੜੀ ਦੂਰੋਂ ਹੀ ਨਗਾਰਿਆਂ ਘੋੜਿਆਂ ਦੀ ਚੋਭਾਂ ਦੀ ਆਵਾਜ਼ ਸੁਣਦੀ ਅਸਾਂ ਨੇ ਤੱਕੀ ਹੈ। ਉਹ ਬਰੂਦ ਅਰ ਗੁਲਕਾਂ ਪਠੀਆ ਹੈ। ਮਹਾਰਾਜ ਹੁਣ ਬਰੂਦ ਅਤੇ ਗੋਲੀਆਂ ਭੇਜੋ। ਪੂਰਬ ਸੰਗਰ ਤਿਸ ਥਲ ਡਟਿਆ ਹੈ। ਉਸ ਜਗ੍ਹਾ ਤੇ ਭਾਵ ਲੋਹਗੜ ਵਾਲੇ ਪਾਸੇ ਜਿੱਥੇ ਲਾਹੌਰ ਦਾ ਰਸਤਾ ਹੈ ਉੱਥੇ ਪਹਿਲਾਂ ਸੰਗਰ ਹੋਵੇਗਾ। ਗੁਰ ਜੀ ਤੋਪ ਹੋਤ ਇਸ ਕਾਲ। ਉਸ ਵੇਲੇ ਸਿੱਖ ਨੇ ਕਿਹਾ ਮਹਾਰਾਜ ਜੇ ਕਿਤੇ ਇਸ ਸਮੇਂ ਆਪਣੇ ਕੋਲ ਤੋਪ ਹੁੰਦੀ। ਮਾਰਤ ਸਤਰੂ ਨ ਰੋਕਤ ਜਾਲ। ਮਹਾਰਾਜ ਉਹ ਤੋਪ ਦੇ ਨਾਲ ਅਸੀਂ ਦੁਸ਼ਮਣਾਂ ਨੂੰ ਅੱਗੋਂ ਹੀ ਰੋਕ ਦਿੰਦੇ ਤਾਂ ਕਿ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਾ ਆਉਂਦੇ। ਸੁਣ ਸਤਿਗੁਰ ਤਬ ਹੁਕਮ ਬਖਾਨਾ। ਸੁਣ ਕਰਕੇ ਮਹਾਰਾਜ ਅੰਤਰਜਾਮੀ ਨੇ ਬਚਨ ਫਰਮਾਇਆ। ਹੋ ਕਰ ਲਕਰੋ ਪਰਿਓ ਮਹਾਨਾ। ਮਹਾਰਾਜ ਕਹਿੰਦੇ ਉੱਥੇ ਇੱਕ ਲੱਕੜ ਦਾ ਖੋਖਲਾ ਜਿਹੜਾ ਵਿੱਚੋਂ ਖਾਲੀ ਹੋਵੇ, ਚਫੇਰੋਂ ਭਰਿਆ ਹੋਵੇ, ਜਿਵੇਂ ਕਈ ਲੱਕੜਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੋਤੇ ਇਤਿਆਦਿਕ ਜਾਂ ਸਿਉਂਕ ਜਾਂ ਹੋਰ ਕੀੜੇ ਇਤਿਆਦਿਕ ਦੇ ਨਾਲ ਉਹ ਲੱਕੜਾਂ ਟੁੱਕੀਆਂ ਜਾਂਦੀਆਂ ਨੇ, ਵਿੱਚੋਂ ਖੋਖਲੀਆਂ ਹੋ ਜਾਂਦੀਆਂ ਨੇ ਬਾਂਸ ਦੀ ਤਰ੍ਹਾਂ, ਉਹਨੂੰ ਖੋਖਰ ਕਹਿੰਦੇ ਨੇ। ਕਹਿੰਦੇ ਲੱਕੜ ਦਾ ਖੋਖਲਾ ਉੱਥੇ ਪਿਆ ਹੋਇਆ ਹੈ। ਸਨਮੁਖ ਰਿਪਨ ਤਰਹੁ ਤੇ ਜਾਈ। ਉਸ ਲੱਕੜ ਦੇ ਖੋਖਰ ਨੂੰ ਦੁਸ਼ਮਣਾਂ ਵੱਲ ਕਰ ਦਿਓ। ਦੇਹੁ ਕੋਰਨ ਕੀ ਮਾਰ ਮਚਾਈ। ਔਰ ਵੇਖਿਓ ਫਿਰ ਗੋਲਿਆਂ ਦੀ ਮਾਰ ਪੈਂਦੇ। ਹੁਣ ਸਿੱਖ ਨੇ ਗੁਰ ਬੂਝਣ ਕੀਨੇ। ਸਿੱਖ ਸੁਣ ਕੇ ਹੈਰਾਨ ਹੋਇਆ ਪਰ ਜ਼ਿਆਦਾ ਨਹੀਂ ਪਤਾ ਮਹਾਰਾਜ ਦੇ ਕੌਤਕ ਨੇ। ਉਸ ਵੇਲੇ ਫਿਰ ਪੁੱਛਿਆ ਹੈ ਦੁਰਗ ਬਰੂਦ ਸੋ ਗੋਰਾਹੀ ਨੇ। ਮਹਾਰਾਜ ਤੋਪ ਦਾ ਤੇ ਸਰ ਗਿਆ ਪਰ ਮਹਾਰਾਜ ਉਹਦੇ ਵਿੱਚ ਤੇ ਕੋਈ ਬਰੂਦ ਆਦਿਕ ਪੈਣਾ ਹੈ ਨਾ। ਭਰ ਲਕਰੇ ਮੈਂ ਕਹਾਂ ਚਲਾਵੇ। ਮਹਾਰਾਜ ਉਸ ਖੋਖਲੀ ਲੱਕੜ ਵਿੱਚ ਪੁਰਾਣੀ ਜੀਰਨ ਹੋਈ ਲੱਕੜ ਵਿੱਚ ਕੀ ਪਾ ਕੇ ਚਲਾਈਏ। ਮ੍ਰਿਗ ਤੋਂ ਨਹੀਂ ਹੇਰ ਡਰ ਪਾਵੇ। ਮਹਾਰਾਜ ਉਹ ਕੋਈ ਹਿਰਨ ਥੋੜਾ ਨਾ ਹੈਗੇ ਕਿ ਖੜਕਾ ਹੁੰਦੇ ਨਾਲ ਹੀ ਦੌੜ ਜਾਣਗੇ। ਮਹਾਰਾਜ ਮੁਗਲ ਨੇ ਉਹ ਅਫਗਾਨਿਸਤਾਨ ਵਿੱਚੋਂ ਆਏ ਕੱਚਾ ਮਾਸ ਖਾਣ ਵਾਲੇ। ਬੋਹਰ ਹੁਕਮ ਗੁਰ ਤਿਨਹੁ ਬਖਾਨਾ। ਉਸ ਵੇਲੇ ਮਾਨ ਨੇ ਫਿਰ ਇੱਕ ਹੋਰ ਹੁਕਮ ਛੱਡਿਆ। ਪੂਰੋ ਲਕਰਾ ਧੂਰ ਮਹਾਨਾ। ਮਹਾਰਾਜ ਕਹਿੰਦੇ ਉੱਥੇ ਜਿਹੜੀ ਗੁਰਮੁਖਾਂ ਦੇ ਚਰਨਾਂ ਦੀ ਧੂੜ ਹੈ ਨਾ ਸੰਗਤ ਦੀ, ਉਹਦੇ ਨਾਲ ਲੱਕੜ ਨੂੰ ਭਰ ਦਿਓ। ਪਾਥਰ ਈਟ ਪਾਏ ਕਰ ਮਾਰੋ। ਪੱਥਰ ਇੱਟਾਂ ਜੋ ਕੁਝ ਵੀ ਹੈਗਾ ਨਾ ਉਹਦੇ ਚ ਪਾ ਕੇ ਸਤਨਾਮ ਵਾਹਿਗੁਰੂ ਕਹਿ ਕੇ ਮਾਰੋ। ਆਵਤ ਰਿਪ ਦਲ ਕੋ ਪਰਹਾਰੋ। ਆਉਂਦੇ ਆਉਂਦੇ ਮੂੰਹ ਮੁੜ ਜਾਣਗੇ ਉਹਨਾਂ ਦੇ। ਅੰਗ ਸੰਗ ਹਮ ਰਹਿ ਤੁਹਾਰੇ। ਫਿਕਰ ਨਾ ਕਰੋ, ਅਸੀਂ ਗੁਰੂ ਨਾਨਕ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਸਹਾਈ ਹਨ। ਲਰਹੁ ਤਹਾ ਬੋ ਧੀਰਜ ਧਾਰੇ। ਔਰ ਧੀਰਜ ਰੱਖਣੀ, ਹੌਸਲਾ ਨਹੀਂ ਖੋਣਾ, ਮਰਦ ਦੀ ਮਰਦਾਨਗੀ ਮੈਦਾਨੇ ਜੰਗ ਵਿੱਚ। ਔਰ ਇਸੇ ਪ੍ਰਕਾਰ ਜਦੋਂ ਕੋਈ ਮੁਸੀਬਤ ਆਉਂਦੀ ਉਦੋਂ ਬੰਦੇ ਦੀ ਸਿਆਣਪ ਪਰਖੀ ਜਾਂਦੀ ਹੈ ਕਿ ਬੰਦੇ 'ਚ ਕਿੰਨਾ ਕੁ ਠਰਮਾ ਹੈ। ਮਹਾਰਾਜ ਕਹਿੰਦੇ ਠਰਮਾ ਰੱਖਣਾ, ਹੌਸਲਾ ਰੱਖਣਾ, ਕਾਲੇ ਨਹੀਂ ਪੈਣਾ। ਹੁਣ ਬਿਸਮੇ ਸਿੱਖ ਤਾਏ ਪਹੁੰਚੇ। ਸੁਣ ਕਰਕੇ ਸਿੱਖ ਗਿਆ ਤੇ ਦੌੜ ਕੇ ਪਹੁੰਚਿਆ ਹੈ। ਲਕਰੋ ਧਰਿਓ ਉਠਾਏ ਸੋ ਉਸ ਊਚੇ। ਵੇਲੇ ਲੱਕੜ ਨੂੰ ਉੱਚੀ ਜਗ੍ਹਾ ਤੇ ਉਠਾਇਆ ਹੈ। ਪੂਰ ਪੂਰ ਤੇ ਸੋ ਰੋਕਨ ਕਰੀ। ਉਸ ਵੇਲੇ ਧੂੜ ਦੇ ਨਾਲ ਭਰ ਕੇ ਉਹਨੂੰ ਠੋਕਿਆ ਜਿਵੇਂ ਬਰੂਦ ਪਾਇਆ ਹੋਵੇ। ਅਗਨੀ ਤਵੈ ਪਲੀਤਾ ਧਰੀ। ਤੇ ਸਤਨਾਮ ਵਾਹਿਗੁਰੂ ਕਹਿ ਕੇ ਪਲੀਤਾ, ਜਿਹਨੂੰ ਫੀਤਾ ਕਹਿੰਦੇ ਨੇ ਅੱਜ ਕੱਲ ਦੀ, ਜਿਵੇਂ ਆ ਬੰਬ ਹੁੰਦੇ ਨੇ ਦੀਵਾਲੀ ਆਦਿਕ ਤੇ ਉਹਦਾ ਫੀਤਾ ਹੁੰਦਾ, ਉਹਨੂੰ ਪਲੀਤਾ ਜਾਂ ਫੀਤਾ ਇੱਕੋ ਹੀ ਗੱਲ ਹੁੰਦੀ ਹੈ। ਉਹ ਫੀਤੇ ਨੂੰ ਤੁਖਾਇਆ ਹੈ। ਛੁੱਟੀ ਤੋਪ ਸਮ ਆਵਨ ਹਲਕੀ। ਔਰ ਉਸ ਵੇਲੇ ਸਾਧ ਸੰਗਤ ਜੀ ਧਰਤੀ ਹਿੱਲ ਗਈ, ਐਸੀ ਉਹ ਤੋਪ ਚੱਲੀ ਹੈ। ਮਨ ਹੋ ਕਾਜ ਮੰਡਪ ਕੜਕਾਈ। ਕਵੀ ਜੀ ਕਹਿੰਦੇ ਮੰਨ ਲਓ ਵੀ ਅਸਮਾਨ ਵਿੱਚੋਂ ਬਿਜਲੀ ਧਰਤੀ 'ਚ ਡਿੱਗ ਪਈ ਹੋਵੇ, ਇੰਨਾ ਵੱਡਾ ਕੜਾਕਾ ਆਇਆ ਤੇ ਬਸ ਇੱਕ ਵਾਰੀ ਧਰਤੀ ਪੂਰੀ ਹਿੱਲ ਗਈ ਭੁਚਾਲ ਦੀ ਤਰ੍ਹਾਂ। ਸਮਾਂ ਆਪਣੀ ਮੰਜ਼ਿਲ ਤੇ ਪਹੁੰਚ ਚੁੱਕਿਆ ਹੈ ਸਾਧ ਸੰਗਤ ਜੀ। ਪਰ ਕਰਨ ਭਾਵੇਂ ਬਹੁਤ ਚੇਸ਼ਟਾ ਤੇ ਆਨੰਦਮਈ, ਪਰ ਕੱਲ ਦੀ ਕਥਾ ਵਿੱਚ ਸਮੇਂ ਸਿਰ ਪੁੱਜ ਕੇ ਸਰਵਣਾ ਕਰਾਂਗੇ। ਇਸ ਤੋਪ ਦੇ ਅੰਸ਼ ਦੇ ਦਰਸ਼ਨ ਕਰਨੇ ਹੋਣ, ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਥਲ ਲੋਹਗੜ੍ਹ ਦੇ ਸਥਾਨ ਉੱਪਰ ਜਾ ਕੇ ਜ਼ਰੂਰ ਦਰਸ਼ਨ ਪਾਓ। ਸਾਧ ਸੰਗਤ ਜੀ ਇਹ ਤੋਪ ਦੇ ਅੰਸ਼ ਅਜੇ ਤੱਕ ਉੱਥੇ ਸੰਭਲੇ ਹੋਏ ਨੇ। ਸਮਾਂ ਆਪਣੀ ਮੰਜ਼ਿਲ ਤੇ, ਪਰ ਕਰਨ ਵੀ ਆਪਣੀ ਮੰਜ਼ਿਲ ਤੇ। ਲੇਖਾ ਗਣਤ ਨਾ ਛੂਟੀ ਹੈ, ਕਾਚੀ ਪੀਤ ਨਾ ਸੁਧ।
ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਪੂਰ ਧੂਰ ਸੋ ਠੋਕਨ ਕਰੀ, ਅਗਨੀ ਤਬ ਹੈ ਪਲੀਤਾ ਧਰੀ। ਛੁਟੀ ਤੋਪ ਸਮ ਆਵਨ ਹਲਾਈ, ਮਨਹੁ ਗਾਜ ਮੰਡਪ ਕੜਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।